Hi and welcome to yet another episode of the series called Teri Meri Kahani. And ਅੱਜ ਦੇ ਸਾਡੇ guest ਨੂੰ introduce ਕਰਾਉਣ ਤੋਂ ਪਹਿਲਾਂ I think what I would like to say is ਕਿ ਜੋ ਮੈਂ feel ਕੀਤਾ ਹੈ ਕਿ ਕੁਝ ਲੋਕ ਏਦਾਂ ਹੁੰਦੇ ਆ ਜੋ ਤੁਹਾਨੂੰ ਆईने ਸ਼ੀਸ਼ੇ ਵਾਂਗੂ ਲੱਗਦੇ ਆ। ਤੁਸੀਂ ਜਦੋਂ ਉਹਨਾਂ ਨੂੰ ਮਿਲਦੇ ਹੋ, ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਤੁਹਾਨੂੰ ਆਪਣੀ ਝਲਕ ਉਹਨਾਂ ਚੋਂ ਨਜ਼ਰ ਆਉਂਦੀ ਹੈ। ਸੋ ਸ਼ੀ ਇਜ਼ ਵਨ ਸੱਚ ਪਰਸਨ ਜਿਨ੍ਹਾਂ ਨਾਲ ਗੱਲ ਕਰਕੇ ਔਰ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਇੱਕਦਮ ਫਰਸਟ ਮੋਮੈਂਟ ਤੇ ਇਹ ਮਹਿਸੂਸ ਹੋਇਆ ਕਿ ਹੈ ਮੈਂ ਵੈਨਕੂਵਰ ਕਿੱਦਾਂ ਪਹੁੰਚ ਗਈ। So I could see myself so much in her, some reflection in some way, be it profession, be it otherwise as a human. She is a very, very special guest who has joined us from Vancouver, Tarannum Thind. A very, very warm welcome, Tarannum. Thank you so much. ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਨਾ ਪ੍ਰੀਤ ਕਿ finally it's happening. ਆਪਾਂ ਬਹੁਤ Finally, ਲੰਮੀ ਉਡੀਕ ਕੀਤੀ ਹੈ ਹਨਾ? हाँ साडा टाइम स्लॉट और वो इस तरह का है ना कि मैच Exactly. करती है। Thank you Um, for having me. thank you for coming in. Thank you for talking, and thank you for sparing time to be with us. You know, Uh, this is I'm not used to this. ਮੈਨੂੰ ਸਵਾਲ ਪੁੱਛਣ ਦੀ ਆਦਤ ਹੈ। So ਮੈਨੂੰ मैं उत्थे ਸਵਾਲਾਂ ਦੇ ਜਵਾਬ ਦੇਣ ਦੀ ਆਦਤ ਨਹੀਂ ਹੈ। seriously, Taranum is a very, very prominent personality connected to television and radio and stage and films from Vancouver. And I think it's my honor and my privilege to be talking to you, interacting with you today, Taranum. ਸਭ ਤੋਂ ਪਹਿਲਾਂ ਨਾ ਮੈਂ ਤੁਹਾਡਾ ਜਦੋਂ ਨਾਮ ਲੈਣੀ ਆ ਇੰਨਾ ਮਿਊਜ਼ੀਕਲ ਔਰ ਇੰਨਾ ਬਿਊਟੀਫੁਲ ਹੈ ਔਰ ਮੈਂ ਜਦ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਮੈਨੂੰ ਹਮੇਸ਼ਾ ਇੱਕ ਥਾਟ ਆਈ ਹੈ ਕਿ ਇਹਦੇ ਤੋਂ ਐਪਟ ਔਰ ਸੋਹਣਾ ਨਾਮ ਤੁਹਾਡੇ ਲਈ ਹੋਰ ਹੋ ਨਹੀਂ ਸਕਦਾ ਸੀ ਬਿਕਾਜ਼ ਯੂ ਆਰ Oh, ਮੈਲੋਡੀ ਹੈਡ ਟੂ ਟੋ। thank you. Thank you. Thank you. That's very kind. ਨਾ ਨਾਨਾ ਜੀ ਨੇ ਦਿੱਤਾ ਔਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਮੇਰੇ ਘਰਦਿਆਂ ਨੂੰ ਉਮੀਦ ਸੀ ਕਿ ਮੈਂ ਹੋ ਸਕਦਾ ਹੈ ਕਿ ਸੁਰਾਂ ਨੂੰ ਅਪਣਾ ਲਾਂ ਗਾਣਾ ਸ਼ੁਰੂ ਕਰ ਦਿਆਂ ਉਹ ਤਾਂ ਹੋਇਆ ਨਹੀਂ ਬਟ I absolutely love my name. ਬਹੁਤ ਮੁਸ਼ਕਿਲ ਆਉਂਦੀ ਹੈ ਲੋਕਾਂ ਨੂੰ ਨਾ ਪ੍ਰੋਨਾਂਸ ਕਰਨ ਦੇ ਵਿੱਚ but I think it's my identity. So ਮੈਨੂੰ ਆਪਣਾ ਨਾਮ ਬਹੁਤ ਖੂਬਸੂਰਤ ਲੱਗਦਾ and it's thanks to my mother and my nana ji who gave me the name. Yeah. So Taranum has been interviewing and talking to so many people, बहुत सारे artists, बहुत सारे people from different fields ਨਾਲ ਤੁਸੀਂ interact ਕੀਤਾ ਹੈ। ਅੱਜ ਤਰਨਮ ਆਪਣੇ ਮੂੰਹ ਆਪਣੀ ਕਹਾਣੀ ਦੇ bits and pieces, milestones share ਕਰਨਗੇ। ਸਭ ਤੋਂ ਪਹਿਲਾਂ ਤਰਨਮ ਆਪਾਂ ਲਾਈਕ ਜਰਨੀ ਆਪਣੀ ਜ਼ਿੰਦਗੀ ਦੀ ਜਿਹੜੀ ਜਰਨੀ ਹੈ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? I think it's still a journey. ਇਹਦੀ ਮੈਨੂੰ ਐ ਲੱਗਦਾ ਹੁੰਦਾ ਵੀ ਹਰ ਰੋਜ਼ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ but if we had to go back ਤਾਂ ਸ਼ੁਰੂਆਤ ਹੁੰਦੀ ਹੈ ਮੁਕਤਸਰ ਤੋਂ ਜਿੱਥੇ ਮੇਰਾ ਜਨਮ ਹੋਇਆ ਮੇਰੇ ਨਾਨਾ ਜੀ ਨਾਨੀ ਜੀ ਮੁਕਤਸਰ ਰਹਿੰਦੇ ਹੁੰਦੇ ਸੀ ਨਾਨਾ ਜੀ ਉੱਥੇ ਪ੍ਰਿੰਸੀਪਲ ਸੀ ਨਾਨੀ ਜੀ ਪੜ੍ਹਾਉਂਦੇ ਹੁੰਦੇ ਸੀ she was a teacher so ਜਿਵੇਂ ਹੁੰਦਾ ਹੈ ਕੁੜੀਆਂ usually ਉਹਨਾਂ ਦਿਨਾਂ ਦੇ ਵਿੱਚ ਪ੍ਰੈਗਨੈਂਸੀ ਵਿੱਚ ਆਪਣੇ ਪੇਕੇ ਚਲੀਆਂ ਜਾਂਦੀਆਂ ਸੀ my mom was at ਪੇਕੇ and that's where I was born ਮੇਰੇ ਬਚਪਨ ਦੀਆਂ ਬਹੁਤ ਖੂਬਸੂਰਤ ਯਾਦਾਂ ਮੁਕਤਸਰ ਨਾਲ ਜੁੜੀਆਂ ਹੋਈਆਂ ਨੇ ਉਸ ਤੋਂ ਬਾਅਦ ਰਹਿੰਦੇ ਅਸੀਂ ਪਟਿਆਲੇ ਸੀ ਪਾਪਾ ਵਾਸ ਫਰਮ ਪਟਿਆਲਾ ਤੇ ਅਸੀਂ ਫਿਰ ਮੈਂ ਬਹੁਤ ਨਿੱਕੀ ਸੀ ਆਈ ਥਿੰਕ ਮੈਂ 7 ਜਾਂ 8 ਸਾਲ ਦੀ ਸੀ ਜਦੋਂ ਅਸੀਂ ਚੰਡੀਗੜ੍ਹ ਮੂਵ ਹੋ ਗਏ ਸੋ ਮੇਰਾ ਬਚਪਨ ਜ਼ਿਆਦਾਤਰ ਚੰਡੀਗੜ੍ਹ ਬੀਤਿਆ ਤੇ ਫਿਰ ਉਸ ਤੋਂ ਬਾਅਦ 17 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਆ ਗਈ ਸੋ ਮੈਨੂੰ ਐ ਲੱਗਦਾ ਹੁੰਦਾ ਵੇ ਡੂ ਆਈ ਬਿਲੋਂਗ ਆਈ ਥਿੰਕ ਆਪਾਂ ਸਾਰੇ ਜਿਹੜੇ ਆਪਣੇ ਮੁਲਕਾਂ ਨੂੰ ਛੱਡ ਕੇ ਆਏ ਆ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਕਿ ਸਾਡਾ ਕੁਝ ਹਿੱਸਾ ਇੰਡੀਆ ਦੇ ਵਿੱਚ ਹੈ ਜਾਂ ਪਾਕਿਸਤਾਨ ਦੇ ਵਿੱਚ ਜਾਂ ਜਿੱਥੋਂ ਤੁਸੀਂ ਆਏ ਹੋ ਤੇ ਬਹੁਤ ਸਾਰਾ ਹਿੱਸਾ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਤੁਹਾਡੀ ਰੋਜ਼ੀ ਰੋਟੀ ਹੈ ਜਿੱਥੇ ਤੁਹਾਡਾ ਪਰਿਵਾਰ ਹੈ ਉੱਥੇ ਵੀ ਹੈ so you feel torn between two cultures but I think it's a beautiful fusion as well if you think about it ਮੈਨੂੰ ਕਈ ਵਾਰੀ ਲੱਗਦਾ ਹੁੰਦਾ ਪਤਾ ਨਹੀਂ ਮੈਂ ਕਈ ਵਾਰੀ ਜ਼ਿਆਦਾ ਕੈਨੇਡੀਅਨ ਮਹਿਸੂਸ ਕਰਦੀ ਹਾਂ ਕਈ ਵਾਰੀ ਬਹੁਤ ਇੰਡੀਅਨ ਮਹਿਸੂਸ ਕਰਦੀ ਹਾਂ so that's pretty much in a nutshell my journey ਹਾਂਜੀ yeah who all are there in your family here? ਇੱਥੇ ਜੀ ਨਾ Otherwise, like from your
piche peka side and your in-law side, like right. ਮੇਰੇ ਨਾਨਕੇ ਇੱਥੇ ਸ਼ੁਰੂ ਤੋਂ ਹੀ ਰਹੇ ਨੇ 87 ਚ ਨਾਨਾ ਨਾਨੀ ਜੀ ਹੋਰੀ ਮੂਵ ਹੋ ਗਏ ਸੀ ਮਾਸੀ ਜੀ ਪਹਿਲਾਂ ਇੱਥੇ ਆ ਗਏ ਸੀ ਸੋ ਸ਼ੀ ਇਜ਼ ਬੀਨ ਹੇਅਰ ਦ ਲੌਂਗੈਸਟ ਨਾਨੀ ਜੀ ਹੋਰਾਂ ਦੀ ਫੈਮਿਲੀ ਬਹੁਤ ਅਰਸੇ ਤੋਂ ਉਹਨਾਂ ਤੋਂ ਵੀ ਪਹਿਲਾਂ 60s 70s ਦੀ ਇੱਥੇ ਆਈ ਹੋਈ ਸੀ ਸੋ ਨਾਨੀ ਜੀ ਵਾਸ ਵਨ ਆਫ ਦ ਲਾਸਟ ਵਨਸ ਫਿਰ ਉਸ ਤੋਂ ਇੱਥੇ ਹੀ ਹੈ ਫੈਮਿਲੀ ਮੇਰਾ ਨਾਨਕਾ ਸਾਰਾ ਕੈਨੇਡਾ ਵੈਂਕੂਵਰ ਹੀ ਹੈ ਜ਼ਿਆਦਾਤਰ ਤੇ ਬਹੁਤ ਘੱਟ ਮਤਲਬ ਛੋਟੀ ਫੈਮਿਲੀ ਹੈ ਕੋਈ ਇੰਨਾ ਨਹੀਂ ਅਸੀਂ ਇਕੱਠੇ ਹੁੰਦੇ ਤਾਂ ਅਸੀਂ 15 ਜਾਣੇ ਆ ਸੋ ਇਟਸ ਨਾਟ ਬਿਗ ਫੈਮਿਲੀ ਮੇਰੇ ਇੱਕ ਮਾਮਾ ਜੀ ਨੇ ਇੱਕ ਮਾਸੀ ਜੀ ਨੇ I have one brother ਤੇ mom brother ਭਾਬੀ and their kids they all live together and mashallah I've got my husband and 2 beautiful kids as well ਹਾਂਜੀ yeah ਤਰਨੁਮ ਨੇ ਸੋਚਿਆ ਸੀ ਕਦੀ ਕਿ ਬ੍ਰੌਡਕਾਸਟਿੰਗ ਵਾਲੀ ਸਾਈਟ ਤੇ ਪਲਾਨਡ ਸੀ ਐਕਸੀਡੈਂਟਲ ਸੀ ਕਿ ਇਟ ਵਾਸ ਆਲਵੇਜ਼ ਸਮਵੇਅਰ ਲਾਈਕ ਇਨਫਿਊਜ਼ਡ ਇਨਟੂ ਯੂ ਕਿ this is going to be your path and ਇੱਥੇ end up ਕਰਨਾ ਹੈ Preet, you know, interesting thing is signs were always there ਸ਼ੁਰੂ ਤੋਂ ਹਮੇਸ਼ਾ ਤੋਂ ਨਾਮ ਹੀ ਰੱਖ ਦਿੱਤਾ ਇਹ ਤੇ ਸਾਇੰਸ ਰਹੇ ਨੇ ਕਿਉਂਕਿ ਪਤਾ ਕੀ ਹੈ ਸਾਡੀ ਫੈਮਿਲੀ ਦੇ ਵਿੱਚ ਡਾਕਟਰਸ ਇੰਜੀਨੀਅਰਸ ਬਹੁਤ ਘੱਟ ਨੇ ਸਾਡੀ ਫੈਮਿਲੀ ਦੇ ਵਿੱਚ ਆਰਟਿਸਟ ਜ਼ਿਆਦਾ ਨੇ ਸੋ ਸਾਰੇ ਆਰਟਿਸਟਿਕ ਹੈ ਸਾਰੇ ਹੀ ਰਾਈਟਰਸ ਨੇ ਸਿੰਗਰਸ ਨੇ ਥੀਏਟਰ ਐਕਟਰਸ ਮੇਰੇ ਪੇਰੈਂਟਸ ਦੋਵੇਂ ਥੀਏਟਰ ਐਕਟਰ ਸੀ ਸੋ ਕਿਤੇ ਨਾ ਕਿਤੇ ਬਚਪਨ ਤੋਂ ਸ਼ੁਰੂ ਤੋਂ ਹੀ ਥੀਏਟਰ ਨਾਲ ਜੁੜੀ ਹੋਈ ਸੀ ਉਹ ਮਾਹੌਲ ਸ਼ੁਰੂ ਤੋਂ ਸੀ ਤੇ ਹੁਣ ਜਦੋਂ ਮੈਂ ਨਿੱਕੀ ਹੁੰਦੀ ਸੀ ਮੈਂ ਤਕਰੀਬਨ I would say about 7-8 ਸਾਲ ਦੀ ਹੋਵਾਂਗੀ ਜਦੋਂ ਮੈਂ ਵਿਚਾਲੇ ਬਹਿ ਜਾਣਾ ਤੇ ਅਖਬਾਰ ਪੜ੍ਹਨਾ ਸ਼ੁਰੂ ਕਰ ਦੇਣਾ ਤੇ ਪ੍ਰਟੈਂਡ ਕਰਨਾ ਕਿ ਮੈਂ ਨਿਊਜ਼ ਐਂਕਰ ਹੈ ਤੇ ਸਾਰੇ ਜਾਣੇ ਮੈਨੂੰ ਸੁਣੋ ਸੋ ਉਹ ਸਾਇੰਸ ਸੀ ਮੇਰੀ ਬੈਸਟ ਫਰੈਂਡ ਤੇ ਮੈਂ ਖਿਡੌਣਿਆਂ ਨਾਲ ਨਹੀਂ ਸੀ ਖੇਡਦੇ ਹੁੰਦੇ ਅਸੀਂ ਇੱਕ ਕੈਸੇਟ ਲੈ ਕੇ ਰਿਕਾਰਡ ਕਰਕੇ ਮੈਂ ਪ੍ਰਟੈਂਡ ਕਰਦੀ ਸੀ ਮੈਂ ਉਹਦੀ ਇੰਟਰਵਿਊ ਕਰ ਰਹੀ ਹਾਂ ਫਿਰ ਅਸੀਂ ਰੋਲ ਸਵਿਚ ਕਰਦੇ ਹੁੰਦੇ ਸੀ ਅਸੀਂ ਰੋਲ ਸਵਿਚ ਕਰਦੇ ਸੀ ਫਿਰ ਉਹ ਮੇਰੀ ਇੰਟਰਵਿਊ ਕਰਦੀ ਸੀ ਫਿਰ ਮੈਂ ਪ੍ਰਟੈਂਡ ਕਰਦੀ ਸੀ ਵੀ ਮੈਂ ਸੈਲੀਬ੍ਰਿਟੀ ਆ ਸੋ ਇਹ ਪ੍ਰੈਕਟਿਸ ਚੱਲ ਰਹੀ ਹੈ ਤੇ ਓ ਵਾਓ ਸੋ ਬੜੀ ਨਿੱਕੀ ਉਮਰ ਤੋਂ ਚੱਲ ਰਹੀ ਹੈ honestly and then ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ I think I knew ਕਿ this is my destiny this is all I can do ਮੇਰਾ ਦਿਲ ਕਿਤੇ ਹੋਰ ਚੀਜ਼ ਨਹੀਂ ਲੱਗਣਾ ਮੈਂ ਇਹੀ ਕਰਨਾ ਸੋ ਮੈਂ ਜਦੋਂ ਕੈਨੇਡਾ ਵੀ ਆਈ ਤਾਂ ਮੈਂ ਨਾਨਾ ਨਾਨੀ ਜੀ ਹੋਰਾਂ ਨਾਲ ਰਹਿੰਦੀ ਹੁੰਦੀ ਸੀ ਮੇਰੇ ਕੋਲ ਇੱਕ ਵੀਡੀਓ ਕੈਮ ਮੈਂ ਖਰੀਦਿਆ ਸੀ ਤੇ ਮੈਂ ਕਮਰੇ ਦੇ ਵਿੱਚ ਬਹਿ ਕੇ ਤੇ ਆਪਣਾ ਰਿਕਾਰਡਿੰਗ ਕਰਦੇ ਰਹਿਣਾ ਮੈਂ ਪ੍ਰਟੈਂਡ ਕਰਨਾ ਕਿ ਮੈਂ ਸ਼ੋਅ ਹੋਸਟ ਕਰ ਰਹੀ ਹਾਂ ਮੈਂ ਸਕੂਲ ਤੋਂ ਬਾਅਦ ਆ ਕੇ ਆਹੀ ਕੁਝ ਕਰਨਾ ਸੋ ਇਟਸ ਆਲਵੇਜ਼ ਬੀਨ ਦੈਟ ਤੇ ਇਸ ਜਰਨੀ ਦੇ ਵਿੱਚ ਹਨਾ ਬਹੁਤ ਸਾਰੀਆਂ ਕਹ ਲੋ ਕਿ ਇੰਨੇ ਸਾਰੇ ਲੋਕਾਂ ਨੂੰ you've been interacting with so many celebrities and so many people ਮਤਲਬ great personalities legends from different field ਤੇ gratifying ਲੱਗਦੀ ਹੈ broadcasting ਦੀ ਹੁਣ ਜਿਹੜਾ ਤੁਹਾਡਾ ਦੁਪਹਿਰ ਵਾਲਾ ਸ਼ੋਅ ਆਉਂਦਾ ਹੈ ਵੈਨਕੂਵਰ ਕਨੈਕਟ FM ਤੇ ਔਰ ਜਿਹੜਾ ਪਹਿਲਾਂ ਟੈਲੀਵਿਜ਼ਨ ਤੇ ਸੀ ਸੋ ਮੈਨੂੰ it's unbelievable ਮੈਂ 2003-2004 ਚ ਪਹਿਲਾ ਸ਼ੋਅ ਹੋਸਟ ਕਰਨਾ ਸ਼ੁਰੂ ਕੀਤਾ ਸੋ 18 ਸਾਲ ਹੋ ਗਏ ਨੇ ਹੁਣ ਕਰਦਿਆਂ ਨੂੰ and when I look back and I sit down sometimes it's incredible absolutely incredible ਜਿਹੜੇ ਲੋਕਾਂ ਬਾਰੇ ਸੁਣਦੇ ਹੁੰਦੇ ਸੀ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੁੰਦੇ ਸੀ ਤੁਸੀਂ ਉਹਨਾਂ ਨਾਲ ਇੰਟਰੈਕਸ਼ਨਸ ਕਰ ਰਹੇ ਹੋ ਕਨਵਰਸੇਸ਼ਨਸ ਕਰ ਰਹੇ ਹੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਝਾਕ ਮਾਰਨ ਦਾ ਮੌਕਾ ਮਿਲ ਰਿਹਾ ਹੈ ਇਟਸ ਇਨਕ੍ਰੈਡੀਬਲ ਤੁਹਾਨੂੰ ਉਹ ਦੋਸਤ ਸਮਝਦੇ ਨੇ ਰਾਜ਼ਦਾਨ ਸਮਝਦੇ ਨੇ ਤੁਹਾਡੇ ਤੇ ਟਰਸਟ ਕਰਦੇ ਨੇ ਇੰਨਾ ਕੁਝ ਸਿੱਖਿਆ ਨਾ ਪ੍ਰੀਤ ਇੱਕ ਤਾਂ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਜਿਨ੍ਹਾਂ ਬਾਰੇ ਸਾਰੇ ਜਾਣਦੇ ਆ ਉਹ ਤਾਂ ਇੱਕ ਪਾਸੇ ਪਰ ਜਿਹੜੀਆਂ ਸਟੋਰੀਜ਼ ਕਈ ਵਾਰੀ ਲੋਕਾਂ ਤੱਕ ਨਹੀਂ ਪਹੁੰਚਦੀਆਂ ਤੁਹਾਡੇ ਰਾਹੀਂ ਉਹ ਕਹਾਣੀਆਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚ ਰਹੀਆਂ ਨੇ ਲੋਕਾਂ ਨੂੰ ਛੋਹ ਰਹੀਆਂ ਨੇ ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਸਟੋਰੀ ਟੈਲਰ ਹੋਣ ਦੇ ਨਾਤੇ ਕਿਤੇ ਨਾ ਕਿਤੇ ਯੂ ਮੇਕਿੰਗ ਅ ਡਿਫਰੈਂਸ I think that's been gratifying. It's been gratifying, for sure. And Taranum, jinne tusi calm, serene and composed ho.
ਮੈਨੂੰ ਤੇ ਪਤਾ ਹੈ, ਮੈਂ ਹੋ ਗਈ ਸੀ ਆਪਣੀ ਗੱਲ ਇਹਦੇ ਬਾਰੇ ਪਹਿਲਾਂ ਵੀ। ਬਟ ਆਈ ਵੁੱਡ ਵਾਂਟ ਯੂ ਟੂ ਸ਼ੇਅਰ ਕਿ ਤੁਹਾਡੀ ਹੁਣ ਤੱਕ ਦੀ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ, ਇਹ ਇੰਨਾ ਹੀ ਹਰਡਲਲੈਸ ਔਰ ਕਾਮ ਵਾਟਰ ਸੇਲਿੰਗ ਦੇ ਹੈ ਕਿ ਕਿਉਂਕਿ ਲੱਗਦਾ ਨਾ ਕਿ ਪਹਿਲਾਂ ਚੰਡੀਗੜ੍ਹ ਸੀ ਬੜੀ, ਉੱਥੇ ਵੀ ਹੈ ਨਾ ਪੌਸ਼ ਜੀ ਜਗ੍ਹਾ ਤੇ ਰਹਿ ਕੇ ਫਿਰ ਤੁਸੀਂ ਵੈਨਕੂਵਰ ਆ ਗਏ, ਐਵਰੀਥਿੰਗ ਵਾਸ ਲਾਈਕ ਰੀਅਲੀ ਈਜ਼ੀ। ਔਰ ਤਰਨਮ ਦੇ ਪੇਰੈਂਟਸ ਵੀ ਥੀਏਟਰ ਨਾਲ ਜੁੜੇ ਹੈ ਤੇ ਜੀ ਸਭ ਕੁਝ ਇਹਨੂੰ ਤੇ ਬਹੁਤ ਆਸਾਨੀ ਨਾਲ ਮਿਲ ਗਿਆ ਹੋਣਾ ਹੈ। So ਜੀ that kind of a thing. What has made like ਸਾਰੀ ਇਹ ਜਿਹੜੀਆਂ ਚੀਜ਼ਾਂ ਚੋਂ ਜਿਹੜੇ ਮਰਹਲੇ ਜਿਹੜੇ ਮਾਈਲਸਟੋਨਸ ਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਔਰ ਜਿਨ੍ਹਾਂ ਨੇ ਤਰਨਮ ਨੂੰ ਬਣਾਇਆ ਹੈ, ਉਹਨਾਂ ਦੇ ਬਾਰੇ ਦੱਸੋਗੇ? The ups and downs, the lows and highs that make you. Absolutely. I think calm ਜਿਹੜਾ ਹੁੰਦਾ ਹੈ ਨਾ, ਜਿਹੜਾ ਸਕੂਨ ਆਉਂਦਾ ਹੈ, ਜਿਹੜਾ ਚੈਨ ਤੁਸੀਂ ਮਹਿਸੂਸ ਕਰਦੇ ਹੋ, ਉਹ ਉਸ ਤੋਂ ਬਾਅਦ ਹੀ ਆਉਂਦਾ ਜਦੋਂ ਤੁਸੀਂ ਸਾਰੇ ਉਤਾਰ ਚੜਾਅ ਤੋਂ ਲੰਘ ਗਏ ਹੁੰਦੇ ਨੇ। ਤੇ ਤੂਫਾਨ ਜਦੋਂ ਥੰਮ ਜਾਂਦਾ ਨਾ, ਉਸ ਤੋਂ ਬਾਅਦ ਇੱਕ ਸ਼ਾਂਤੀ ਮਹਿਸੂਸ ਕਰਦਾ ਹੈ ਇਨਸਾਨ। ਤੂਫਾਨ ਬੜੀ ਨਿੱਕੀ ਉਮਰ ਤੋਂ ਸ਼ੁਰੂ ਹੋ ਗਏ ਸੀ ਪ੍ਰੀਤ, ਔਰ ਸ਼ਾਇਦ ਜਿਵੇਂ ਤੁਸੀਂ ਕਿਹਾ ਕਿ ਚਿਹਰੇ ਤੇ ਮੁਸਕਰਾਹਟ ਹਮੇਸ਼ਾ ਰਹਿੰਦੀ ਹੈ, ਸੋ ਬਹੁਤ ਘੱਟ ਲੋਕਾਂ ਨੂੰ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਦਰਅਸਲ ਕੀ ਕੁਝ ਤੁਸੀਂ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਲੰਘੇ ਹੋ, ਕਿਹੋ ਜਿਹੇ ਤਜਰਬਿਆਂ ਤੋਂ ਤੁਸੀਂ ਗੁਜ਼ਰੇ ਹੋ। ਤੁਸੀਂ ਬਾਕੀਆਂ ਤੋਂ ਪੁੱਛਦੇ ਰਹਿੰਦੇ ਹੋ, ਬਾਕੀਆਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਕੁਝ ਦੱਸਦੇ ਹੋ, ਖੁੱਲ ਕੇ ਲੋਕਾਂ ਨੂੰ ਅਵੇਅਰ ਕਰਦੇ ਹੋ, ਬਟ ਉਹ ਬੰਦਾ ਜਿਹੜਾ ਪਿੱਛੇ ਬੈਠੇ ਹਜ਼ਾਰਾਂ ਲੋਕਾਂ ਨੂੰ ਇੰਟਰਵਿਊ ਕਰ ਚੁੱਕਿਆ ਹੈ, ਹਜ਼ਾਰਾਂ ਲੋਕਾਂ ਦੀ ਛੋਟੀਆਂ ਚੀਜ਼ਾਂ ਜਾਣਦਾ ਹੈ। ਆਈ ਵਾਂਟ ਕਿ ਅੱਜ ਆਪਣਾ ਦਿਲ ਖੋਲ ਕੇ openly like two friends talking, I would really want to share that bit of you, the sensitive, Absolutely. It's been an incredible journey. ਬੜਾ ਕੁਝ ਸਿੱਖਿਆ। ਮੇਰੇ ਮਮ ਹਮੇਸ਼ਾ ਕਹਿੰਦੇ ਹੁੰਦੇ ਆ ਪ੍ਰੀਤ ਕਿ ਜਿਹੜੇ ਲੋਕਾਂ ਦੇ ਵਿੱਚ ਸਹਿਨ ਸ਼ਕਤੀ ਹੁੰਦੀ ਹੈ ਨਾ, ਦਰਅਸਲ ਇਮਤਿਹਾਨ ਉਹਨਾਂ ਨੂੰ ਹੀ ਮਿਲਦੇ ਨੇ, ਨਹੀਂ ਤਾਂ ਇਮਤਿਹਾਨ ਉਹਨਾਂ ਲੋਕਾਂ ਨੂੰ ਨਹੀਂ ਮਿਲਦੇ ਜਿਹੜੇ ਹੈਂਡਲ ਨਹੀਂ ਕਰ ਸਕਦੇ, ਹੈ ਨਾ, ਜਿਨ੍ਹਾਂ ਦੇ ਵਿੱਚ ਸਮਰੱਥਾ ਹੁੰਦੀ ਹੈ ਉਹਨਾਂ ਨੂੰ ਹੀ ਮਿਲਦੇ ਆ। ਸੋ ਜ਼ਿੰਦਗੀ ਬੜੀ ਖੂਬਸੂਰਤ ਸੀ। ਮਮ ਡੈਡ ਛੋਟੇ ਸੀ ਜਦੋਂ ਵਿਆਹ ਹੋਇਆ, ਯੂਨੀਵਰਸਿਟੀ ਦੇ ਵਿੱਚ ਦੋਵੇਂ ਪੜ੍ਹਦੇ ਸੀ, ਸਟੂਡੈਂਟ ਸੀ, ਸੋ ਪੇਰੈਂਟਸ ਦੇ ਖਿਲਾਫ ਜਾ ਕੇ ਵਿਆਹ ਕੀਤਾ, ਬਹੁਤ ਸਾਰੀਆਂ ਸਟਰਗਲਸ ਦੇਖੀਆਂ, ਬਹੁਤ ਸਾਰੇ ਉਤਾਰ ਚੜਾਅ ਤੋਂ ਵੀ ਲੰਘੇ, ਤੇ ਫਿਰ ਐਂ ਲੱਗ ਰਿਹਾ ਸੀ ਕਿ ਸਾਰਾ ਕੁਝ ਬਿਲਕੁਲ ਠੀਕ ਠਾਕ ਹੁਣ ਹੋ ਰਿਹਾ ਹੈ। ਮਮ ਨੂੰ ਜੌਬ ਮਿਲ ਗਈ ਚੰਡੀਗੜ੍ਹ ਦੇ ਵਿੱਚ, ਗਵਰਨਮੈਂਟ ਜੌਬ। ਪਾਪਾ, ਮੈਂ ਤੇ ਡੈਡ ਅਸੀਂ ਬੜੇ ਐਕਸਾਈਟਡ ਸੀ। ਬ੍ਰਦਰ ਉਦੋਂ ਛੋਟਾ ਸੀ, ਹਾਲੇ 2 ਸਾਲ ਦਾ ਹੀ ਸੀ, ਸੋ ਸਾਨੂੰ ਲੱਗਿਆ ਕਿ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਸੋ 87 ਦੇ ਵਿੱਚ ਜਦੋਂ ਚੰਡੀਗੜ੍ਹ ਮੂਵ ਹੋਏ, ਨਵੀਂ ਸ਼ੁਰੂਆਤ ਹੋਈ। ਅਸੀਂ ਪਾਪਾ ਨੇ ਇੱਕ ਨਵਾਂ ਘਰ ਰੈਂਟ ਕੀਤਾ, ਮੈਨੂੰ ਯਾਦ ਹੈ, ਔਰ ਸਾਨੂੰ ਦੇਖ ਦੇਖ ਕੇ ਪਟਿਆਲੇ ਤੋਂ ਆ ਕੇ ਇਹੀ ਚਾਹ ਹੁੰਦਾ ਸੀ ਵੀ ਬਾਹਰ ਪਹਾੜ ਦਿਸ ਰਹੇ ਨੇ ਚੰਡੀਗੜ੍ਹ ਦੇ ਵਿੱਚ। ਉਹ ਮੈਨੂੰ ਯਾਦ ਹੈ, ਪਾਪਾ ਸਵੇਰੇ ਉਠਾ ਕੇ ਮੈਨੂੰ ਦਿਖਾਉਂਦੇ ਹੁੰਦੇ ਸੀ ਕਿ ਬੇਟਾ ਦੇਖ ਪਹਾੜ ਦਿਸਦੇ ਆ ਇੱਥੋਂ। ਉਹ ਇੰਨੀ ਵੱਡੀ ਚੀਜ਼ ਸੀ ਸਾਡੇ ਵਾਸਤੇ, ਵਾਸ ਸੱਚ ਅ ਬਿਊਟੀਫੁਲ ਥਿੰਗ। ਤੇ ਹਾਲੇ ਸ਼ੁਰੂਆਤ ਹੋਈ ਸੀ ਤੇ ਅਸੀਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਤੇ ਮੇਰਾ ਬ੍ਰਦਰ ਮੁਕਤਸਰ ਗਏ ਹੋਏ ਸੀ ਛੁੱਟੀਆਂ 'ਚ, ਕਿਉਂਕਿ ਨਾਨਕੇ ਜਾਣਾ ਨਾ, ਸੋ ਮਮ ਡੈਡ ਚੰਡੀਗੜ੍ਹ ਸੀ। ਤੇ ਆਲ ਆਫ ਅ ਸਡਨ ਮੈਨੂੰ ਸਿਰਫ ਇੰਨਾ ਯਾਦ ਹੈ ਕਿ ਉਹ ਵੀ ਧੁੰਦਲੀ ਯਾਦ ਹੈ ਕਿ ਸਾਨੂੰ ਕੋਈ ਚਿੱਠੀ ਆਈ ਮੇਰੇ ਨਾਨਾ ਨਾਨੀ ਜੀ ਨੂੰ, ਤੇ ਨਾਨੀ ਜੀ ਮੈਨੂੰ ਨਾਲ ਲੈ ਕੇ ਤੇ ਬੱਸ ਚੜਾ ਕੇ ਅਸੀਂ ਲੁਧਿਆਣੇ ਇੱਕ ਅਜਿਹੀ ਥਾਂ ਤੇ ਪਹੁੰਚ ਗਏ ਜਿੱਥੇ ਆਯੁਰਵੇਦ ਵਾਂਗੂ ਕੋਈ ਇਹੋ ਜਿਹਾ ਟ੍ਰੀਟਮੈਂਟ ਸੈਂਟਰ ਸੀ। ਮੈਨੂੰ ਥੋੜਾ ਯਾਦ ਹੈ, ਜ਼ਿਆਦਾ ਨਹੀਂ ਯਾਦ। ਔਰ ਉੱਥੇ ਦੇਸੀ ਇਲਾਜ ਚੱਲਦਾ ਸੀ, ਔਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ, ਆਪਾਂ ਇੱਥੇ ਕਿਉਂ ਆਏ ਆ। ਤੇ ਮੇਰੇ ਨਾਨੀ ਜੀ ਨੇ ਮੈਨੂੰ ਬੱਸ ਚੜਾਇਆ ਤੇ ਅਸੀਂ ਉੱਥੇ ਜਦੋਂ ਗਏ ਤੇ ਉੱਥੇ ਬਹੁਤ ਸਾਰੇ ਮਰੀਜ਼, ਬਹੁਤ ਸਾਰੇ ਪੇਸ਼ੈਂਟਸ, ਤੇ ਆਲ ਆਫ ਅ ਸਡਨ ਇੱਕ ਲੇਡੀ ਲੇਟੀ ਹੋਈ ਸੀ, ਤੇ ਉਹਨਾਂ ਨੇ ਮੇਰੇ ਵੱਲ ਜਦੋਂ ਟਰਨ ਕੀਤਾ ਤਾਂ ਮੈਨੂੰ ਬਹੁਤ ਅਜੀਬ ਲੱਗਾ, ਕਿਉਂਕਿ ਉਹ ਲੱਗਦੇ ਮੇਰੇ ਮਦਰ ਵਰਗੇ ਸੀ ਪਰ ਮੇਰੇ ਮਦਰ ਨਹੀਂ ਸੀ। ਮੈਨੂੰ ਇਹ ਲੱਗ ਰਿਹਾ ਸੀ ਇਹ ਮੇਰੇ ਮਦਰ ਤਾਂ ਨਹੀਂ ਹੈ, ਤੇ ਉਹ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਬੋਲਿਆ ਨਹੀਂ ਸੀ ਜਾ ਰਿਹਾ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ। ਸੋ ਟਰਨਸ ਆਊਟ ਜਦੋਂ ਥੋੜੀ ਬਹੁਤ ਸਮਝ ਆਉਣ ਲੱਗੀ ਕਿ 15 ਜੂਨ ਨਾ ਮੇਰੇ ਪੇਰੈਂਟਸ ਦੀ ਐਨੀਵਰਸਰੀ ਹੁੰਦੀ ਹੈ, ਤੇ ਸ਼ਿਮਲੇ ਜਾਣ ਦੀ ਤਿਆਰੀ ਕਰ ਰਹੇ ਸੀ ਆਪਣੇ ਫਰੈਂਡਸ ਨਾਲ। ਉਹ ਆਏ ਹੋਏ ਸੀ, ਪਰੌਂਠੇ ਬਣਾ ਰਹੇ ਸੀ ਮੰਮਾ ਕਿਚਨ ਦੇ ਵਿੱਚ, ਐਂਡ ਉਹਨਾਂ ਨੂੰ ਚੱਕਰ ਆਇਆ ਤੇ ਉਹ ਆ ਕੇ ਲੇਟ ਗਏ। ਤੇ ਪਾਪਾ ਨੂੰ ਸਮਝ ਨਹੀਂ ਆਇਆ ਵੀ ਕੀ ਹੋਇਆ। ਆਲ ਆਫ ਅ ਸਡਨ ਸੈਂਸੇਸ਼ਨ ਬਾਡੀ ਦੇ ਵਿੱਚ ਖਤਮ ਹੋਣੀ ਸ਼ੁਰੂ ਹੋ ਗਈ, ਤੇ ਜਦੋਂ ਸੈਂਸੇਸ਼ਨ ਖਤਮ ਹੋਣੀ ਸ਼ੁਰੂ ਹੋਈ ਹੀ ਪੈਨਿਕਡ,
ਉਦੋਂ ਪਾਪਾ ਕੋਲ ਸਿਰਫ ਸਕੂਟਰ ਹੁੰਦਾ ਸੀ। ਸੋ ਪਾਪਾ ਨੌਕ ਕਰਨ ਲਈ ਥੱਲੇ ਸਾਡੇ ਜਿਹੜੇ ਮਕਾਨ ਮਾਲਿਕ ਸੀ ਉਹਨਾਂ ਕੋਲ ਗਏ, ਕੋਈ ਐਕਸ ਆਰਮੀ ਆਫਿਸਰ ਸੀ ਸ਼ਾਇਦ, ਤੇ ਪਾਪਾ ਕਹਿੰਦੇ ਮੈਂ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਜਾਣਾ, ਮੈਨੂੰ ਸਮਝ ਨਹੀਂ ਆ ਰਿਹਾ, ਉਹਨਾਂ ਨੂੰ ਕੁਝ ਹੋ ਰਿਹਾ ਤੇ ਮੈਂ ਪਲੀਜ਼ ਤੁਹਾਡੀ ਗੱਡੀ ਦੇ ਵਿੱਚ ਲਿਜਾ ਸਕਦੇ। ਤੇ ਉੱਥੇ ਨਾ ਓਟਾਵਾ ਚੌਂਕ ਕਰਕੇ ਚੰਡੀਗੜ੍ਹ ਇੱਕ ਜਗ੍ਹਾ 33 ਸੈਕਟਰ ਦੇ ਨੇੜੇ, ਤੇ ਉਹ ਕਹਿੰਦੇ ਉਹ ਉੱਥੇ ਨਾ ਚੌਂਕ ਤੇ ਰਿਕਸ਼ੇ ਬਹੁਤ ਖੜੇ ਆ ਤੇ ਰਿਕਸ਼ਾ ਲੈ ਕੇ ਲੈ ਜਾ ਆਪਣੀ ਵਾਈਫ ਨੂੰ। ਤੇ ਪਾਪਾ ਜਿਉਂ ਤਿਉਂ ਕਰਕੇ ਆਈ ਗੈਸ ਰਿਕਸ਼ੇ ਤੇ ਪੀਜੀਆਈ ਲੈ ਕੇ ਗਏ ਹੋਣੇ ਆ, ਪਰ ਮੇਰੇ 'ਚ ਹਿੰਮਤ ਨਹੀਂ ਹੋਈ ਕਿ ਮੈਂ ਸਾਰੀਆਂ ਡਿਟੇਲਸ ਪੁੱਛ ਸਕਾਂ। ਪਰ ਜਦੋਂ ਤੱਕ ਉਹ ਪਹੁੰਚੇ ਪੀਜੀਆਈ ਵਾਲਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੋਇਆ। ਮਮ ਨੂੰ ਐਕਚੁਅਲੀ ਸਟ੍ਰੋਕ ਹੋਇਆ ਸੀ ਤੇ ਉਹ ਸ਼ੀ ਵਾਸ 31 ਇਅਰਸ 올ਡ, 31 ਸਾਲ ਦੇ ਸੀ। ਔਰ ਸਟ੍ਰੋਕ ਦੇ ਵਿੱਚ ਜਦੋਂ ਟਾਈਮ ਇਜ਼ ਐਵਰੀਥਿੰਗ, ਜਦੋਂ ਸਟ੍ਰੋਕ ਹੁੰਦਾ ਹੈ ਫॉर ਯੂ ਟੂ ਰਿਵਰਸ ਦ ਸਾਈਨਸ ਤੁਹਾਨੂੰ ਹੈਲਪ ਦੀ ਇਮੀਡੀਏਟਲੀ ਬਹੁਤ ਲੋੜ ਹੁੰਦੀ ਹੈ। ਅਨਫੋਰਚੂਨੇਟਲੀ ਉਹ ਨਹੀਂ ਮਿਲ ਸਕੀ, ਸੋ ਉਹਦੇ ਕਰਕੇ ਮਮ ਵਾਸ ਲੈਫਟ ਪੈਰਾਲਾਈਜ਼ਡ ਤੇ ਉਹਨਾਂ ਦੀ ਸਾਰੀ ਲੈਫਟ ਸਾਈਡ ਜਿਹੜੀ ਆ ਉਹਨਾਂ ਨੂੰ ਅਧਰੰਗ ਹੋ ਗਿਆ ਤੇ ਉਹ ਪੈਰਾਲਾਈਜ਼ਡ ਹੋ ਗਏ ਸੀ। ਸੋ I guess ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣੇ ਲੈ ਕੇ ਆਏ ਤੇ that's where I saw her for the first time. And mom was a beautiful, beautiful woman. She's a beautiful woman. ਉਹ ਲੰਬੇ ਲੰਬੇ ਵਾਲ, ਬਹੁਤ ਹੀ ਖੂਬਸੂਰਤ ਹੈ ਨਾ, ਬਹੁਤ ਖੂਬਸੂਰਤ ਸੀ, ਸਟਾਈਲਿਸ਼ ਬਹੁਤ ਸੀ, ਸੋਹਣੇ ਸੋਹਣੇ ਕੱਪੜੇ ਪਾਉਣ ਦਾ ਬੜਾ ਸ਼ੌਕ ਸੀ, ਸਾੜੀਆਂ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ। And she was so elegant and beautiful. And all of a sudden ਇੱਕ 7 ਸਾਲ ਦੇ ਬੱਚੇ ਵਾਸਤੇ ਆਪਣੀ ਮਾਂ ਨੂੰ ਉਸ ਰੂਪ ਦੇ ਵਿੱਚ ਤੁਸੀਂ ਦੇਖਦੇ ਆਏ ਹੋ, where you're in complete awe, you want to be like her. And all of a sudden ਇੱਕ ਅਜਿਹਾ ਬੰਦਾ ਜਿਹੜਾ ਬੋਲ ਵੀ ਨਹੀਂ ਸਕ ਰਿਹਾ, ਉਹਦਾ ਮੂੰਹ ਵਿੰਗਾ ਹੋਇਆ ਹੋਇਆ, ਉਹਦਾ ਹੱਥ ਨਹੀਂ ਚੱਲ ਰਿਹਾ, ਉਹ ਤੁਹਾਨੂੰ ਕੋਲੇ ਬੁਲਾ ਰਿਹਾ ਪਰ ਤੁਹਾਨੂੰ ਐਂ ਲੱਗ ਰਿਹਾ ਕਿ ਮੈਨੂੰ ਕਿਉਂ ਕੋਲੇ ਬੁਲਾ ਰਿਹਾ, ਤਾਂ ਮੇਰੀ ਮਾਂ ਨਹੀਂ। ਸੋ ਇਟ ਵਾਸ ਅ ਬਿਗ ਸ਼ੌਕ। ਪਰ ਹੌਲੀ ਹੌਲੀ ਅਸੀਂ ਤਿੰਨੇ ਜਾਣੇ we started giving her courage and ਉਹਨਾਂ ਨੂੰ ਦੁਬਾਰਾ ਤੋਂ ਤੁਰਨਾ ਸਿਖਾਇਆ, ਦੁਬਾਰਾ ਤੋਂ ਚੱਲਣਾ ਸਿਖਾਇਆ। ਉਹਨਾਂ ਦੇ ਵਾਲ ਸਾਨੂੰ ਕੱਟਣੇ ਪਏ ਕਿਉਂਕਿ ਮਮ ਤੋਂ ਗੁੱਤ ਨਹੀਂ ਸੀ ਹੁੰਦੀ। ਕੱਪੜੇ ਜਿਹੜੇ ਸੀ ਉਹ ਸਟਾਈਲਿਸ਼ ਕੱਪੜੇ ਚਲੇ ਗਏ ਤੇ ਕਫਤਾਨ ਵਾਂਗੂ ਕੱਪੜੇ ਪਾਉਣੇ ਸ਼ੁਰੂ ਕੀਤੇ ਕਿਉਂਕਿ ਇੱਕ ਬਾਂਹ ਦੇ ਨਾਲ ਉਹੀ ਪੈਂਦਾ ਸੀ। ਹੀਲਸ ਸਾਰੀਆਂ we had to throw them out ਤੇ ਉਹਦੀ ਜਗ੍ਹਾ ਤੇ ਉਹਨਾਂ ਨੂੰ ਵੈਲਕਰੋ ਵਾਲੇ ਸ਼ੂਜ਼ ਲਿਆ ਕੇ ਦੇਣੇ ਤਾਂ ਕਿ ਉਹ ਆਰਾਮ ਦੇ ਨਾਲ ਕਰ ਸਕਣ। ਹਾਲੇ ਵੀ ਉਹ ਵੈਲਕਰੋ ਵਾਲੇ ਸ਼ੂਜ਼ ਹੀ ਪਾਉਂਦੇ ਆ। ਤੇ that was a tough time, but I think ਮੈਂ ਵੱਡੀ ਬਹੁਤ ਛੇਤੀ ਹੋ ਗਈ ਪ੍ਰੀਤ, ਬਹੁਤ ਛੇਤੀ। ਤੁਸੀਂ ਸਬਕੌਂਸ਼ੀਅਸਲੀ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਜਿਹੜੇ ਤਜਰਬੇ ਨੇ ਤੁਹਾਨੂੰ ਕਿੱਦਾਂ ਸ਼ੇਪ ਕਰ ਰਹੇ। ਪਰ ਫਾਦਰ ਸਾਹਿਬ ਨੇ ਸਿੰਗਲ ਹੈਂਡਡਲੀ ਮੈਨੂੰ ਰੇਜ਼ ਕੀਤਾ। ਬ੍ਰਦਰ ਜਿਹੜਾ ਅਸੀਂ ਨਾਨਕੇ ਭੇਜ ਦਿੱਤਾ ਕਿਉਂਕਿ ਉਹ 2 ਸਾਲ ਦਾ ਸੀ। ਪਾਪਾ ਵਾਸਤੇ 2 ਨਿੱਕੇ ਨਿੱਕੇ ਬੱਚਿਆਂ ਨੂੰ ਸਾਂਭਣਾ ਬੜਾ ਔਖਾ ਹੋਣਾ ਸੀ। ਸੋ ਪਾਪਾ ਨੇ ਮੇਰਾ ਲੰਚ ਪੈਕ ਕਰਨਾ, ਪਾਪਾ ਨੇ ਮੇਰਾ ਸਾਰਾ ਕੰਮ ਸਕੂਲ ਦਾ ਜਿਹੜਾ ਇੱਕ ਮਾਂ ਕਰਦੀ ਹੈ ਉਹ ਕਰਨਾ। ਜਦੋਂ ਮੇਰਾ ਪੀਰੀਅਡ ਸ਼ੁਰੂ ਹੋਏ ਪਾਪਾ ਪੈਡਸ ਲੈ ਕੇ ਆਏ। ਸੋ ਹੀ ਵਾਸ ਮਾਈ ਐਵਰੀਥਿੰਗ। ਹੀ ਔਰ ਹੁਣ ਜਦੋਂ ਤੁਸੀਂ ਵਾਪਸ ਦੇਖਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਮਦਰ is not just suffering physically, ਉਹਨਾਂ ਤੋਂ ਸਾਰਾ ਕੁਝ ਖੋ ਲਿਆ ਗਿਆ ਇੰਨੀ ਘੱਟ ਉਮਰ ਦੇ ਵਿੱਚ, ਤੇ ਉਹ ਚੀਜ਼ਾਂ ਜਿਹੜੀਆਂ ਨੇ ਮਾਨਸਿਕ ਤੌਰ ਤੇ ਤੁਹਾਨੂੰ ਬਹੁਤ ਪ੍ਰਭਾਵਿਤ ਕਰਦੀਆਂ। ਸੋ ਸਟ੍ਰੋਕ ਦਾ ਅਸਰ ਫਿਜ਼ੀਕਲੀ ਤਾਂ ਹੋਇਆ ਹੀ, ਉਹਨਾਂ ਦੀ ਮੈਂਟਲ ਹੈਲਥ ਤੇ ਬਹੁਤ ਹੋਇਆ, ਡਿਪਰੈਸ਼ਨ ਬਹੁਤ ਹੋਇਆ, ਗੁੱਸਾ ਬਹੁਤ ਆਉਂਦਾ ਸੀ, ਖਿਝਦੇ ਬਹੁਤ ਸੀ, ਸਾਨੂੰ ਸਮਝ ਨਹੀਂ ਸੀ ਆਉਂਦਾ ਵੀ ਕਿੱਦਾਂ ਇਹਨਾਂ ਦੀ ਹੈਲਪ ਕਰੀਏ। ਸੋ there was a distance between me and her, ਅਸੀਂ ਕਦੇ ਵੀ ਬਹੁਤੇ ਕਲੋਜ਼ ਨਹੀਂ ਹੋ ਸਕੇ। ਹੁਣ we are very close, ਪਰ ਉਦੋਂ ਨਹੀਂ, ਉਦੋਂ ਇੱਕ ਦੂਰੀ ਬਣੀ ਰਹੀ। ਔਰ ਇੱਕ ਚੀਜ਼ ਹੋਰ ਵੀ ਸੀ ਕਿ ਉਹਨਾਂ ਨੂੰ ਕਦੇ ਕਿਸੇ ਡਾਕਟਰ ਦੇ ਲੈ ਕੇ ਜਾਣਾ, ਕਦੇ ਕਿਸੇ ਕਲੀਨਿਕ ਲੈ ਕੇ ਜਾਣਾ, ਜੇ ਕਿਸੇ ਨੇ ਕਹਿ ਦਿੱਤਾ ਰਾਜਸਥਾਨ ਲੈ ਜਾਓ ਇਲਾਜ ਵਾਸਤੇ ਉੱਥੇ ਲੈ ਜਾਣਾ, ਜੇ ਕਿਸੇ ਨੇ ਕਹਿਤਾ ਗੁਹਾਟੀ ਲੈ ਜਾਓ ਗੁਹਾਟੀ ਲੈ ਜਾਣਾ, ਜਿੱਥੇ ਕੋਈ ਰਾਹ ਨਜ਼ਰ ਆਉਂਦਾ ਸੀ ਉੱਥੇ ਲੈ ਜਾਈਦਾ ਸੀ। So it wasn't a normal childhood, I would say. ਪਰ ਪਾਪਾ ਨੇ ਕਮਾਲ ਦਾ ਜ਼ਿੰਮੇਵਾਰੀ ਨਿਭਾਈ ਹੈ। I think if I'm thankful for one thing is it's incredible parents. ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਰੇਜ਼ ਕੀਤਾ, ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਕਦੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਉਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਤੁਸੀਂ you follow your dreams, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। So yeah, it wasn't easy, but it made me who I am, I think. Yeah. ਜਿਹੜੀ sensitivity or ਇੰਨਾ emotionally attached hona to your family, and I think lots of things contribute to make you who you are. Mera kal it really does. ਤੋਂ ਬਾਅਦ ਬਹੁਤ ਬੁਰਾ ਹਾਲ ਹੋਇਆ ਸੀ।
I know. It's I think फादर साहब, क्योंकि ਜਦੋਂ ਕੋਈ ਬੜਾ ਆਸਾਨ ਹੁੰਦਾ ਹੈ ਸੁਸਾਇਟੀ ਵਾਸਤੇ ਕਹਿਣਾ ਇੱਕ ਆਦਮੀ ਨੂੰ ਕਿ ਤੂੰ ਯੰਗ ਹੈ, ਤੂੰ ਹੋਰ ਵਿਆਹ ਕਰਾ ਲਾ, ਫਿਰ ਕੀ ਹੋ ਗਿਆ ਵੀ ਤੇਰੀ ਵਾਈਫ ਬਿਮਾਰ ਹੋ ਗਈ, ਹੈ ਨਾ। ਸੋ ਇਹ ਜਿਹੀ ਇਨਸਾਨ ਵਾਸਤੇ ਸਾਰਾ ਕੁਝ ਬੈਕ ਸੀਟ ਤੇ ਰੱਖ ਕੇ ਸਿਰਫ ਆਪਣੇ ਬੱਚਿਆਂ ਨੂੰ ਪ੍ਰਾਇੋਰਟੀ ਬਣਾ ਲੈਣਾ, ਸਾਰਿਆਂ ਦੀ ਰੋਟੀ ਬਣਾਉਣੀ, ਸਾਰਿਆਂ ਦਾ, ਔਰ ਸਮਾਈਲ ਕਰਦੇ ਕਰਦੇ, ਹੱਸਦੇ ਹੱਸਦੇ। ਮੈਂ ਇਹ ਨਹੀਂ ਕਹਿੰਦੀ ਇੱਕ ਪਰਫੈਕਟ ਲਾਈਫ ਸੀ, ਬਟ ਆਈ ਥਿੰਕ we were very blessed. ਪਰ ਮੈਨੂੰ I think what has shaken me the most, ਮਮ ਦੇ ਸਟ੍ਰੋਕ ਵੇਲੇ ਮੈਂ ਛੋਟੀ ਸੀ, ਸੋ ਸ਼ਾਇਦ ਮੈਨੂੰ ਉਹਨਾਂ ਸਮਝ ਨਹੀਂ ਸੀ ਉਦੋਂ। ਪਰ ਉਸ ਤੋਂ ਬਾਅਦ ਜਦੋਂ ਅਸੀਂ ਕੈਨੇਡਾ ਆਏ, ਤੇ ਕੈਨੇਡਾ ਆ ਕੇ ਮਮ ਡੈਡ, ਮੈਂ ਪਹਿਲਾਂ ਆ ਗਈ ਸੀ, ਮਮ ਡੈਡ ਬਾਅਦ ਚ ਆਏ। ਜਦੋਂ ਇੱਥੇ ਜ਼ਿੰਦਗੀ ਸ਼ੁਰੂ ਹੋਣ ਲੱਗੀ ਤੇ ਜਦੋਂ ਸਾਨੂੰ ਥੋੜਾ ਜਿਹਾ ਪਾਪਾ ਨੇ ਸੈਟਲ ਦੇਖਣਾ ਸ਼ੁਰੂ ਕੀਤਾ ਵੀ ਠੀਕ ਨੇ ਹੁਣ ਬੱਚੇ ਦੋਵੇਂ, they're doing okay, ਮੈਨੂੰ ਬਹੁਤ ਮਾਣ ਹੈ। ਮੇਰੀ ਬ੍ਰੌਡਕਾਸਟਿੰਗ ਜਰਨੀ ਤੇ ਉਹਨਾਂ ਨੂੰ ਬਹੁਤ ਬਹੁਤ ਫਖਰ ਸੀ। ਸਾਰੇ ਉਹਨੂੰ ਫੜ ਫੜ ਕੇ ਦੱਸਦੇ ਹੁੰਦੇ ਸੀ, ਉਹ ਮੇਰੀ ਬੇਟੀ ਹੈ, ਮੇਰੀ ਬੇਟੀ ਹੈ। ਤੇ ਹਾਂ ਜੀ, ਤੇ ਉਹਨਾਂ ਨੂੰ ਵੀ ਸਟ੍ਰੋਕ ਹੋ ਗਿਆ, and he was very young, he was 53 54, ਪਹਿਲਾ ਸਟ੍ਰੋਕ ਹੋਇਆ। ਤੇ ਉਹ ਜਿਹੜਾ ਤਜਰਬਾ ਸੀ ਨਾ, I think that's probably taken a bigger toll on me, ਕਿਉਂਕਿ ਮੈਨੂੰ ਸਮਝ ਨਹੀਂ ਸੀ ਆ ਰਿਹਾ ਵੀ ਜਿਹੜੀ ਚੀਜ਼ ਤੁਸੀਂ ਆਲਰੇਡੀ ਜਿਸ ਤੋਂ ਲੰਘ ਚੁੱਕੇ ਹੋ, ਜੋ ਤੁਸੀਂ ਆਲਰੇਡੀ ਜੀ ਚੁੱਕੇ ਹੋ, ਕਿ ਤੁਸੀਂ ਹੁਣ ਹੋ ਗਿਆ ਕਿ ਜਿਹੜਾ ਜੋ ਕੁਝ ਤੁਸੀਂ ਦੇਖਣਾ ਸੀ ਜ਼ਿੰਦਗੀ ਦੇ ਵਿੱਚ ਦੇਖ ਲਿਆ, ਵੀ ਹੁਣ ਤਾਂ ਥੋੜੀ ਬਹੁਤ ਖੁਸ਼ੀ। ਪਰ ਪਾਪਾ ਦਾ ਪਹਿਲਾ ਸਟ੍ਰੋਕ ਜਿਹੜਾ ਹੋਇਆ, ਥੈਂਕਫੁਲੀ 7-8 ਘੰਟੇ ਦੀ ਸਰਜਰੀ ਸੀ, ਉਸ ਤੋਂ ਬਾਅਦ ਉਹ ਰਿਕਵਰ ਹੋ ਗਏ ਐਂਡ ਹੀ ਵਾਸ ਬੈਕ ਟੂ ਨਾਰਮਲ। ਪਰ ਸਟ੍ਰੋਕ ਦੀ ਅਨਫੋਰਚੂਨੇਟਲੀ ਇੱਕ ਰਿਐਲਿਟੀ ਇਹ ਹੈ ਕਿ ਜਿਹੜੇ ਬੰਦੇ ਨੂੰ ਇੱਕ ਵਾਰੀ ਸਟ੍ਰੋਕ ਹੋ ਜਾਂਦਾ, ਉਹਨਾਂ ਦੇ ਵਿੱਚ ਦੂਜਾ ਸਟ੍ਰੋਕ ਹੋਣ ਦੇ ਚਾਂਸਸ ਬਹੁਤ ਹੁੰਦੇ। So 1 ਸਾਲ ਬਾਅਦ, when we felt everything was fine, he had another stroke. ਤੇ ਉਹ ਸਟ੍ਰੋਕ ਨੇ ਉਹਨਾਂ ਦੀ ਸਭ ਤੋਂ ਵੱਡੀ ਸਟਰੈਂਥ ਖੋਲੀ, ਉਹ ਸੀ ਉਹਨਾਂ ਦੇ ਬੋਲਣ ਤੇ ਸਟੋਰੀ ਟੈਲਿੰਗ ਦੀ ਸਮਰੱਥਾ, ਜੋ ਮੈਨੂੰ I think I got that gift from him and mom both. ਉਹ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਸੀ ਕਰ ਪਾਉਂਦੇ, ਆਪਣੇ ਆਪ ਨੂੰ ਉਹ ਆਪਣੇ ਕਹਿਣਾ ਕੁਝ ਚਾਹੁੰਦੇ ਸੀ, ਪਰ ਐ ਹੁੰਦਾ ਹੈ ਕਿ ਤੁਹਾਡੇ ਜਿਵੇਂ ਵਾਇਰਿੰਗ ਕ੍ਰਾਸ ਵਾਇਰਿੰਗ ਨਹੀਂ ਹੋ ਜਾਂਦੀ, ਕਿ ਤੁਹਾਡਾ ਬ੍ਰੇਨ ਤੁਹਾਨੂੰ ਕੁਝ ਕਹਿ ਰਿਹਾ, ਤੁਸੀਂ ਉਹ ਕੁਝ ਕਹਿਣਾ ਚਾਹੁੰਦੇ ਹੋ, ਪਰ ਤੁਹਾਡੇ ਮੂੰਹ ਚੋਂ ਕੁਝ ਹੋਰ ਨਿਕਲ ਰਿਹਾ। ਅੰਗਰੇਜ਼ੀ ਕੰਪਲੀਟਲੀ ਵਾਈਪ ਆਊਟ ਹੋ ਗਈ, ਲੈਂਗੁਏਜਸ, ਕਿਉਂਕਿ ਤੁਹਾਡੇ ਬ੍ਰੇਨ ਦੇ ਇੱਕ ਅਜਿਹੇ ਹਿੱਸੇ ਦੇ ਵਿੱਚ ਕਲੌਟ ਹੈ ਕਿ ਉਹ ਲੈਂਗੁਏਜਸ ਕੰਟਰੋਲ ਹੋ ਰਹੀਆਂ ਨੇ। ਸੋ ਤੁਸੀਂ ਆਲ ਆਫ ਅ ਸਡਨ ਤੁਸੀਂ ਪਿੰਡ ਵਾਲੀ ਲੈਂਗੁਏਜ ਬੋਲਣ ਲੱਗ ਜਾਂਦੇ, ਜਿਹੜੀ ਤੁਸੀਂ ਪਹਿਲਾਂ ਜਦੋਂ ਨਿੱਕੇ ਹੁੰਦੇ ਸੀ ਆਪਣੇ ਪੇਰੈਂਟਸ ਨਾਲ ਬੋਲਦੇ ਹੁੰਦੇ ਸੀ। ਤੁਹਾਡੇ and he was very particular about pronunciation, ਜਿਵੇਂ ਕੁਝ ਗਲਤ ਬੋਲਦੀ ਸੀ ਤਾਂ ਮੈਨੂੰ ਦੱਸਦੇ ਸੀ ਵੀ ਏਦਾਂ ਨਹੀਂ ਬੋਲਣਾ, ਏਦਾਂ ਬੋਲਣਾ। ਉਹਨਾਂ ਦੀ ਪ੍ਰੋਨੰਸੀਏਸ਼ਨ ਤੇ ਉਸਦਾ ਅਸਰ ਹੋਣ ਲੱਗਾ। ਸੋ ਉਹ he started going into a shell, ਮੁਰਝਾ ਗਏ। ਔਰ ਇਹੋ ਜਿਹਾ ਇਨਸਾਨ ਜੋ ਸਾਰਿਆਂ ਦੀ ਰੌਣਕ ਬਣਦਾ ਹੈ, ਹਮੇਸ਼ਾ ਲੋਕ ਉਹਨਾਂ ਵੱਲ ਡਰਾ ਹੁੰਦੇ ਰਹਿੰਦੇ ਨੇ, ਜਿੱਥੇ ਉਹ ਹੁੰਦਾ ਹੈ everybody wants to be with him, talk to him, be friends with him. ਜਦੋਂ ਉਸ ਇਨਸਾਨ ਦੀ ਦਾ ਸਭ ਤੋਂ ਵੱਡਾ ਐਕਸਪ੍ਰੈਸ਼ਨ ਉਹਨੂੰ ਤੋਂ ਖੋਹ ਲਿਆ ਜਾਂਦਾ, ਫਿਰ ਉਹ he started going into a shell, ਤੇ he passed away 10 years ago. My only regret is that ਮੇਰਾ ਬੇਟਾ ਹਾਲੇ ਹੋਇਆ ਸੀ, Kizan was born a week earlier, and 20 ਮਈ ਨੂੰ ਬੇਟਾ ਹੋਇਆ ਤੇ 29 ਮਈ ਨੂੰ ਪਾਪਾ ਚਲੇ ਗਏ। ਸੋ ਮੈਨੂੰ ਬਸ ਸਿਰਫ ਇਹ ਦੁੱਖ ਹੈ ਕਿ Kizan ਦੇ ਵਿੱਚ ਮੈਨੂੰ ਪਾਪਾ ਦੀ ਇੰਨੀ ਜ਼ਿਆਦਾ ਝਲਕ ਨਜ਼ਰ ਆਉਂਦੀ ਹੈ ਕਿ I wish they had more time together. Yeah. So much of weight और सब कुछ इन्ना कॉन्शियस ਦੇ ਉੱਤੇ ਇਨਸਾਨ ਕੈਰੀ ਕਰਕੇ, ਐਂਡ ਫਿਰ ਵੀ ਇੰਨੀ ਡਿਗਨੀਫਾਈਡ ਤਰੀਕੇ ਨਾਲ, ਇੰਨੀ ਸਮਾਈਲ, ਬਿਊਟੀਫੁਲ ਸਮਾਈਲ ਦੇ ਨਾਲ, ਇੰਨੀ serene, composed personality ਬਣ ਕੇ ਉੱਭਰਨਾ। He must be so proud of you. So proud. I hope so. I'm pretty sure. ਮੈਨੂੰ ਕਈ ਵਾਰੀ ਐ ਲੱਗਦਾ ਹੁੰਦਾ ਕਿ ਅਜੀਬ ਗੱਲ ਹੈ, ਬਟ ਮੈਨੂੰ ਇਹ ਜ਼ਰੂਰ ਲੱਗਦਾ ਹੁੰਦਾ ਵੀ ਉਹ ਕਿਤੇ ਨਾ ਕਿਤੇ ਗਾਈਡ ਕਰਦੇ ਰਹਿੰਦੇ। I don't know how, I don't dream about him. ਮੈਂ ਤੇ ਮਮ ਅਕਸਰ ਗੱਲ ਕਰਦੇ ਕਿ ਮੈਨੂੰ ਪਾਪਾ ਦੇ ਸੁਪਨੇ ਬਿਲਕੁਲ ਨਹੀਂ ਆਉਂਦੇ, ਔਰ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਹੁੰਦਾ ਕਿਉਂਕਿ ਮਮ ਡ੍ਰੀਮਸ ਅਬਾਊਟ ਹਿਮ ਅ ਲੋਟ। ਤੇ ਪਰ ਮੈਨੂੰ ਐ ਲੱਗਦਾ ਕਿ ਜੋ ਉਹਨਾਂ ਤੋਂ ਬਾਅਦ ਦਾ ਸਫ਼ਰ ਰਿਹਾ ਹੈ, ਉਹਦੇ ਵਿੱਚ
ਮੈਂ ਇਹੋ ਜਿਹੀਆਂ ਸਿਚੁਏਸ਼ਨਸ ਤੋਂ ਬਚ ਕੇ ਨਿਕਲ ਗਈ ਹਾਂ ਜਿੱਥੇ ਮੈਂ I was very blessed ਔਰ ਮੈਨੂੰ ਇਹ ਲੱਗਦਾ ਕਿ ਕੋਈ somebody is watching over me and maybe it's dad ਤੇ ਪਾਪਾ ਦੇ ਜਾਣ ਤੋਂ and though that year was very tough. Both my grandparents, Papa, the parents passed away. Papa passed away within a matter of like 6 months apart. So it was a difficult time. Yeah. The parent and ਪਹਿਲਾਂ ਤੁਹਾਡੀ mother ਦਾ any young age to a sari cheez, obviously it leaves an impact, a scar or something, but I'm so proud of the way you've come out of it and not come out of it, maybe ਉਹਨੂੰ ਲੁਕਾ ਕੇ ਜੀਣਾ ਆ ਜਾਂਦਾ ਹੈ ਜਾਂ ਉਹਨੂੰ acceptance ਹਲਕੀ ਹਲਕੀ ਆ ਜਾਂਦੀ ਹੈ, come out ਤੇ ਨਹੀਂ ਹੋ ਪਾਉਂਦਾ। ਖੈਰ ਮੈਂ ਤਾਂ ਹੁਣ ਨਾ ਮੇਰਾ ਦਿਲ ਕਰੇ ਦੇਖੀ ਜਾਵਾਂ ਬਸ no, honestly. अच्छा तरन्नुम जी ਇੱਥੇ ਪਹੁੰਚ ਗਏ ਹੋ, ਵੈਨਕੂਵਰ ਆ ਗਏ ਔਰ ਆਪਣੀ ਜਰਨੀ ਸ਼ੁਰੂ ਕਰ ਲਈ ਹੈ ਤੇ ਇਥੋਂ ਨੈਕਸਟ ਸਟੈਪ ਫਿਲਮਸ ਵਾਲੀ ਕਿੱਦਾਂ ਉਹ ਫਿਲਮਸ ਪਤਾ ਕੀ ਹੈ ਪ੍ਰੀਤ, ਮੇਰੀ ਜ਼ਿੰਦਗੀ ਦਾ ਨਾ ਇਟਸ ਇੰਟਰਸਟਿੰਗ, ਇਟਸ ਫੈਸੀਨੇਟਿੰਗ। ਮੈਂ ਕਦੇ ਵੀ ਕਿਸੇ ਚੀਜ਼ ਪਿੱਛੇ ਨਹੀਂ ਭੱਜੀ। ਮੈਨੂੰ ਆਈ ਸਟਰੋਂਗਲੀ ਬਿਲੀਵ ਕਿ ਜਿਹੜੀ ਚੀਜ਼ ਤੁਹਾਨੂੰ ਦਿਲੋਂ ਚਾਹੀਦੀ ਹੁੰਦੀ ਹੈ ਉਹ ਤੁਹਾਡੇ ਕੋਲ ਖੁਦ ਆਉਂਦੀ ਹੈ ਜਦੋਂ ਵਕਤ ਠੀਕ ਹੁੰਦਾ, ਜਦੋਂ when everything needs to align first and then it'll happen. ਫਿਲਮ ਦਾ ਵੀ ਬਾਈ ਚਾਂਸ ਹੀ ਹੋਇਆ। ਮੇਰੇ ਸਿਸਟਰ, ਮੈਂ ਕਹਿੰਦੀ ਹਾਂ ਉਹਨਾਂ ਨੂੰ, ਨੀਰੂ is one of my closest friends. ਨੀਰੂ was producing a film ਤੇ ਉਹਦਾ ਮੈਨੂੰ ਫੋਨ ਆਇਆ ਤੇ ਉਹ ਕਹਿੰਦੀ ਮੈਨੂੰ ਹੈਲਪ ਦੀ ਲੋੜ ਹੈ, ਅਸੀਂ ਆਪਣੀ ਪਹਿਲੀ ਹੋਮ ਪ੍ਰੋਡਕਸ਼ਨ ਬਣਾ ਰਹੇ ਹਾਂ ਤੇ ਉਹਦੇ ਵਿੱਚ ਆਪਾਂ ਇੱਥੇ ਸ਼ੂਟ ਕਰਨੀ ਹੈ। ਐਂਡ ਮਤਲਬ the moment was such ਕਿ ਉਹ ਉਸ ਵੇਲੇ 6 months ਪ੍ਰੈਗਨੈਂਟ ਸੀ। ਤੋ ਮੇਰੇ ਦਿਮਾਗ ਦੇ ਵਿੱਚ ਪਹਿਲਾਂ ਤਾਂ ਇੰਨਾ ਕੁਝ ਚੱਲ ਰਿਹਾ ਸੀ ਕਿ ਤੂੰ ਪਾਗਲ ਹੈ, ਤੂੰ ਕੀ ਕਰ ਰਹੀ ਹੈ, ਚੁੱਪ ਕਰਕੇ ਬੈਠ, ਹਨਾ, ਜਸਟ ਇੰਜੋਏ ਯੂਰ ਪ੍ਰੈਗਨੈਂਸੀ। ਪਰ ਉਹ ਕਹਿੰਦੀ ਨਹੀਂ, ਫਿਲਮ ਬਣਾਉਣੀ ਹੈ ਤੇ ਸਾਰੀ ਸਟੋਰੀ ਜਿਹੜੀ ਉਹ ਪ੍ਰੈਗਨੈਂਸੀ ਦੇ ਆਲੇ ਦੁਆਲੇ ਹੋਣੀ ਹੈ ਐਂਡ I want you to please help me out. Watch this one. ਹਾਂਜੀ, ਉਹ ਸੀ ਚੰਨੋ was the film. ਹਾਂ, ਮੈਂ ਚੰਨੀ ਮੇਰੇ ਦਿਮਾਗ ਚ ਆ yeah. Ji, so Channu was the film and she was 8 months pregnant during the film. ਤੇ ਉਹ by chance ਹੀ ਏਦਾਂ ਹੋਇਆ ਸੀ ਕਿ ਮੈਂ ਹਾਲੇ ਜਿੱਥੇ ਮੈਂ ਕੰਮ ਕਰਦੀ ਹੁੰਦੀ ਸੀ ਟੈਲੀਵਿਜ਼ਨ ਦੇ ਵਿੱਚ, we went through major layoffs. So I had just left and I was going through like that confusion ਕਿ ਹੁਣ ਕੀ ਕਰਨਾ। ਤੇ ਜਦੋਂ call ਆਈ, then I said to her, I said, you know what, I can totally help you. Film production was something that I've always thought that I would enjoy. Pata nahi I would or not, whether I'll be good at it. They, Harry and Neeru were producing this film. I just joined them. They edna hi film ban gayi. It's so funny because we talking about it now that chota ja crew si sada. Asi bade maze de naal film shoot ਕੀਤੀ, bade like a family, and we are family, but it was incredible. And it's so funny that we're talking about this ਕਿਉਂਕਿ 2 ਦਿਨ ਪਹਿਲਾਂ ਸੰਤੋਸ਼ ਜੀ ਜਿਹੜੇ ਨੀਰੂ ਦੇ ਮੈਨੇਜਰ ਨੇ, ਨੀਰੂ ਦੇ backbone ਨੇ, he had called and him and I were laughing ਕਿ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਅਸੀਂ ਇਹ ਫਿਲਮ ਬਣਾ ਕਿੱਦਾਂ ਦਿੱਤੀ। The film was received really well. We did everything by ourselves. Like ਅਸੀਂ remote areas ਦੇ ਵਿੱਚ ਜਾ ਕੇ ਉੱਥੇ ਬਾਹਰ ਕੱਪੜੇ ਪ੍ਰੈਸ ਕਰ ਰਹੇ ਆ, like the kind of stuff we did I can't even imagine. There was one time ਸਾਨੂੰ ਅਸੀਂ ਸਮਰ ਦੇ ਵਿੱਚ ਸ਼ੂਟ ਕੀਤੀ ਪ੍ਰੀਤ ਉਹ ਫਿਲਮ ਤੇ ਵਿਕਟੋਰੀਆਜ਼ really touristy ਇੱਥੇ ਆਈਲੈਂਡ ਤੇ ਉੱਥੇ ਜਾ ਕੇ ਸ਼ੂਟ ਕਰਨੀ ਸੀ, ਪਰ ਉੱਥੇ ਹੁਣ ਹੋਟਲ ਨਾ ਮਿਲੇ। ਸੋ ਕਰੂ ਵਾਸਤੇ ਤਾਂ ਅਸੀਂ ਹੋਟਲ ਦਾ ਪ੍ਰਬੰਧ ਕਰ ਦਿੱਤਾ। ਉਧਰੋਂ ਨੀਰੂ is 8 months pregnant ਤੇ ਅਸੀਂ 5 ਜਾਣੇ ਇੱਕ ਕਮਰੇ ਦੇ ਵਿੱਚ ਰਹੇ, me, Neeru, Harry, couple of other people, ਕਿਉਂਕਿ ਸਾਨੂੰ ਕਮਰੇ ਨਹੀਂ ਸੀ ਮਿਲ ਰਹੇ। And I think of this sometimes ਕਿ ਮਤਲਬ people think that Neeru Bajwa and this and that, but it's because of her I got my first experience. I thoroughly enjoyed it. I loved it. मैं कदे नहीं सोचा भी I'll pursue it or anything. मेरे वास्ते I did it because it's family. ਤੇ ਫਿਰ ਉਸ ਤੋਂ ਬਾਅਦ same sort of thing happened. Ardas Karam was being shot
ਤੇ ਮੇਰਾ ਰੋਸਟਰ ਜਿਹੜਾ ਹੈਗਾ over the years, because I've spent so much time ਇੱਥੇ, I've come across so many talented people, so film productions ਜਦੋਂ ਵੀ ਆਉਂਦੀਆਂ ਨੇ ਤਾਂ they usually say ਕਿ ਸਾਨੂੰ ਦੱਸ ਦਿਓ ਕੋਈ actors ਇੱਥੇ ਹੈਗੇ ਆ ਜਿਨ੍ਹਾਂ ਨੂੰ ਅਸੀਂ cast ਕਰ ਸਕਦੇ ਆ and this and that. So I met Gippy and same thing, Ardas Karan shoot ho rahi thi and they're like, would you like to come on board? And I was like, chalo karde hain, no worries. So ਇਸੇ ਤਰ੍ਹਾਂ ਅਰਦਾਸ ਕਰਾਂਗੀ। ਐਕਟਿੰਗ ਦੀ ਕੋਈ ਤੁਹਾਨੂੰ ਲੱਗਿਆ ਕਦੀ ਕੋਈ ਪ੍ਰੋਬਲਮ ਆਈ ਹੈ ਜਾਂ ਕੈਮਰਾ ਸ਼ਾਇਦ ਨਹੀਂ ਹੋ ਸਕਦੇ with so much of experience and you've been in front of the camera so long? I have ਐਕਟਿੰਗ ਨਾ ਬਹੁਤ ਦੇਰ ਪਹਿਲਾਂ ਕੀਤੀ ਸੀ, ਥੀਏਟਰ ਦੇ ਕਰਦੇ ਹੁੰਦੇ ਸੀ ਜਦੋਂ ਨਿੱਕੇ ਹੁੰਦੇ। ਪਾਪਾ ਯੂਜ਼ਡ ਟੂ ਹੈਵ ਅ ਚਿਲਡਰਨਸ ਥੀਏਟਰ ਗਰੁੱਪ ਕਾਲਡ ਤਰਨਮ ਆਰਟਸ। ਉਹ ਸਾਨੂੰ ਗਰਮੀਆਂ ਦੇ ਵਿੱਚ ਥੀਏਟਰ ਕਰਾਉਂਦੇ ਹੁੰਦੇ ਸੀ। ਪਾਪਾ ਦਾ ਇਹ ਬਹੁਤ ਸੀਗਾ। ਤਰਨਮ ਆਰਟਸ ਵਾਸ ਵੈਰੀ ਨੇਬਰਹੁੱਡ ਦੇ ਬੱਚਿਆਂ ਨੂੰ ਬਿਜ਼ੀ ਰੱਖਣ ਵਾਸਤੇ। ਅਸੀਂ 44 ਸੈਕਟਰ 'ਚ ਆਰਮੀ ਫਲੈਟਸ ਜਦੋਂ ਰਹਿੰਦੇ ਹੁੰਦੇ ਸੀ ਤੇ ਉੱਥੋਂ ਦੇ ਜਿਹੜੇ ਜਿੰਨੇ ਵੀ ਅਸੀਂ 20-25 ਬੱਚੇ ਸੀ ਸਾਰਿਆਂ ਨੂੰ ਰਿਹਰਸਲਸ ਕਰਾਉਣੀਆਂ, ਥੀਏਟਰ ਕਰਾਉਣਾ ਫ੍ਰੀ ਦੇ ਵਿੱਚ, ਮੁਫਤ ਵੀ। ਚਲੋ ਫਿਰ ਆਪਾਂ ਪਰਫਾਰਮੈਂਸਿਸ ਕਰਾਂਗੇ ਸਾਰੇ ਨੇਬਰਹੁੱਡ ਵਾਸਤੇ। ਸੋ ਉਦੋਂ ਦਾ ਥੀਏਟਰ ਕੀਤਾ ਹੋਇਆ। ਹੁਣ ਮੈਨੂੰ ਆਬਵੀਅਸਲੀ ਮੈਨੂੰ ਲੱਗਾ ਵੀ ਮੈਨੂੰ ਨਹੀਂ ਐਕਟਿੰਗ ਦਾ ਤਾਂ ਮੈਂ ਸੋਚਿਆ ਵੀ ਨਹੀਂ ਸੀ। ਮੈਂ ਤਾਂ ਪ੍ਰੋਡਕਸ਼ਨ ਸਾਂਭ ਰਹੀ ਸੀ ਤੇ ਅਸੀਂ ਆਡੀਸ਼ਨਸ ਕਰ ਰਹੇ ਹਾਂ ਤੇ ਇੱਕ ਕੈਰੈਕਟਰ ਸੀ ਉਹਦੇ ਵਿੱਚ ਤੇ ਗਿੱਪੀ ਮੈਨੂੰ ਕਹਿੰਦੇ ਇਹ ਜਿਹੜਾ ਕੈਰੈਕਟਰ ਨਾ ਇਹਦੇ ਵਾਸਤੇ ਆਪਾਂ ਤੁਹਾਨੂੰ ਕਾਸਟ ਨਹੀਂ ਕਰਨਾ। ਤੇ ਆਈ ਸੈਡ ਓਕੇ ਕੋਈ ਗੱਲ ਨਹੀਂ। ਮੈਨੂੰ ਲੱਗਾ ਇੰਡੀਆ ਤੋਂ ਕਿਸੇ ਨੇ ਆਉਣਾ ਹੁਣ, ਇੰਡੀਆ ਤੋਂ ਬਹੁਤ ਜਾਣੇ ਆ ਰਹੇ ਸੀ ਹਨਾ। ਸੋ ਮੈਂ ਕਿਹਾ ਠੀਕ ਹੈ ਨੋ ਪ੍ਰੋਬਲਮ। ਤੇ ਮੈਨੂੰ ਅਸੀਂ ਪ੍ਰੌਪਸ ਖਰੀਦਣ ਵਾਸਤੇ ਕਿਸੇ ਮਾਰਕੀਟ ਦੇ ਵਿੱਚ ਘੁੰਮ ਰਹੇ ਹਾਂ, ਫਿਲਮ ਦੇ ਵਾਸਤੇ ਪ੍ਰੌਪਸ ਚਾਹੀਦੀਆਂ ਨੇ ਤੇ ਮੈਨੂੰ ਕਾਲ ਆਉਂਦੀ ਹੈ ਗਿੱਪੀ ਦੀ। ਗਿੱਪੀ ਕਹਿੰਦੇ ਤੈਨੂੰ ਉਹ ਜਿਹੜਾ ਕੈਰੈਕਟਰ ਹੈ ਨਾ ਉਹ ਤੁਸੀਂ ਕਰਨਾ ਸੋਹੀ ਸਾਹਿਬ ਦੀ ਬੇਟੀ ਦੀ। ਤੇ ਮੈਂ ਕਿਹਾ ਗਿੱਪੀ ਮੈਂ ਕਦੇ ਐਕਟਿੰਗ ਨਹੀਂ ਕੀਤੀ, ਮੈਂ ਕਰਾ ਲੂੰਗਾ, ਫਿਕਰ ਨਾ ਕਰੋ, ਡੋਂਟ ਵਰੀ। ਐਂਡ honestly he walked me through it. he took my hand and he walked me through it. ਜਦੋਂ ਸੀਨ ਖਤਮ ਹੋਇਆ, ਪਹਿਲੇ ਫਿਲਮ ਦੀ ਸ਼ੂਟ ਦਾ ਪਹਿਲਾ ਦਿਨ was my scene। ਹਾਲੇ ਸ਼ੂਟਿੰਗ ਮਤਲਬ ਐਂਡ ਸੋਹੀ ਸਾਹਿਬ ਨਾਲ, ਔਰ ਮੈਂ ਕਰ ਰਹੀ ਹਾਂ ਸੋਹੀ ਸਾਹਿਬ ਦੀ ਬੇਟੀ ਦਾ ਰੋਲ। ਸੋਹੀ ਸਾਹਿਬ ਪਾਪਾ ਦੇ ਨਾਲ ਥੀਏਟਰ ਕਰਦੇ ਰਹੇ, ਰਾਣਾ ਜੰਗ ਬਹਾਦਰ ਪਾਪਾ ਦੇ ਬੈਚਮੇਟ ਨੇ। ਸੋ ਮੈਂ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਆਪਣੇ ਦੋਸਤ ਦੀ ਝਲਕ ਮੇਰੇ ਚਿਹਰੇ ਦੇ ਵਿੱਚ ਨਜ਼ਰ ਆ ਰਹੀ ਹੈ, ਉਹ ਇਮੋਸ਼ਨਲ ਹੋ ਜਾਣ, ਮੈਂ ਇਮੋਸ਼ਨਲ ਹੋ ਜਾਵਾਂ। ਇਟ ਵਾਸ ਸੱਚ ਅ ਬਿਊਟੀਫੁਲ ਐਕਸਪੀਰੀਅੰਸ। ਉਹ ਕੀਤਾ ਤੇ ਮੈਂ ਤਾਂ ਹਾਲੇ ਤੱਕ ਫਿਲਮ ਹੀ ਨਹੀਂ ਦੇਖੀ। ਮੈਂ ਕੱਲ ਦੁਬਾਰਾ ਤੋਂ ਫਿਰ ਦੇਖੀ ਉਹ ਵਾਲੀ ਜਿਹੜੀ ਤੁਹਾਨੂੰ ਦੱਸੀ। That's lot of you. I knew somewhere. I had seen it long time back. ਹਾਂਜੀ, ਪਰ ਉਹਦੇ 'ਚ ਨਾ ਇੱਕ ਗੱਲ ਜਿਹੜੀ ਮੈਨੂੰ ਥੋੜੀ ਜਿਹੀ ਚੁਭੀ ਹੋਈ ਔਰ ਮੈਨੂੰ ਲੱਗਦਾ ਲੋਕਾਂ ਨੇ ਵੀ ਨੋਟਿਸ ਕੀਤੀ, ਕਿਤੇ ਨਾ ਕਿਤੇ ਮੇਰੀ ਆਵਾਜ਼ ਮੇਰੀ ਪਛਾਣ ਹੈ। ਤੇ ਉਹ ਜਦੋਂ ਫਿਲਮ ਪ੍ਰੋਡਕਸ਼ਨ ਦੇ ਵਿੱਚ ਸੀ, ਪੋਸਟ ਪ੍ਰੋਡਕਸ਼ਨ ਦੇ ਵਿੱਚ ਸੀ ਤਾਂ ਆਬਵੀਅਸਲੀ ਇਟ ਵਾਸ ਬੀਇੰਗ ਡਬਡ ਇਨ ਇੰਡੀਆ ਤੇ ਉਹ ਕਿਸੇ ਹੋਰ ਤੋਂ ਡਬਿੰਗ ਕਰਾ ਦਿੱਤੀ ਤੇ ਉਹ ਮੇਰੀ ਆਵਾਜ਼ ਨਹੀਂ ਹੈ। ਸੋ ਮੈਨੂੰ ਐਂ ਲੱਗੀ ਜਾਂਦਾ ਵੀ ਮੈਂ ਵੀ ਝੂਠ ਦਾ ਬੋਲ ਰਹੀ ਹਾਂ, ਮੈਂ ਵੀ somebody else, I don't want to see it। ਫਿਰ ਉਸ ਤੋਂ ਬਾਅਦ another friend of mine was producing a film, ਹੌਸਲਾ ਰੱਖ, really good friend of mine, ਪਵਨ। ਤੇ ਉਹਨਾਂ ਦੀ ਕਾਲ ਆਈ, ਉਹ ਕਹਿੰਦੇ ਅਸੀਂ ਇੱਥੇ ਕਾਸਟਿੰਗ ਕਰਨੀ ਆ, ਤੁਸੀਂ if you don't mind helping us। ਮੈਂ ਕਿਹਾ ਚਲੋ ਕਰ ਲੈਂਦੇ, no worries। So we did the auditions and stuff। ਤੇ ਫਿਰ ਉਸ ਤੋਂ ਬਾਅਦ ਪਵਨ ਤੇ I guess Diljit had decided, because Diljit is also co-producing it. Diljit is like a brother to me, very dear to me। ਤੇ ਉਹਨਾਂ ਨੇ ਡਿਸਾਈਡ ਕਰ ਲਿਆ ਕਿਤੇ ਨਾ ਕਿਤੇ ਵੀ ਆਹ ਜਿਹੜਾ ਰੋਲ ਹੈ ਤਰਨਮ ਨੇ ਕਰਨਾ। ਆਪੇ ਸੋਚ ਲੈਂਦੇ ਆ, ਮੈਨੂੰ ਪੁੱਛਣਾ ਕੋਈ ਨਹੀਂ ਹੈ, ਮੈਨੂੰ ਸਿਰਫ ਕਹਿੰਦੇ ਆ ਵੀ ਤੁਸੀਂ ਆਉਣਾ ਤੇ ਸ਼ੂਟ ਕਰਨਾ, ਦੱਸ। ਕਿਤੇ ਨਾ ਕਿਤੇ ਬਾਕੀਆਂ ਨੇ ਮੇਰੇ 'ਚ ਜ਼ਿਆਦਾ ਭਰੋਸਾ ਦਿਖਾਇਆ ਪ੍ਰੀਤ। ਆਈ ਥਿੰਕ ਇਸ ਗੱਲ ਦੀ ਮੈਨੂੰ ਬੜੀ ਹੈਰਾਨੀ ਵੀ ਹੁੰਦੀ ਹੈ। won a lot of hearts Taranum by just being you। ਜਿੱਥੇ ਇੰਨੀ ਗਰਾਊਂਡਡ ਪਰਸਨੈਲਿਟੀ ਹੁੰਦੀ ਹੈ ਨਾ, ਬਿਕਾਜ਼ ਮੈਂ ਖੁਦ ਜਿਹਦੇ ਨਾਲ ਵੀ ਗੱਲ ਹੋਈ ਹੈ, ਸਾਹਿਬਾਂ ਨਾਲ ਇੰਟਰੈਕਸ਼ਨ ਹੋਈ ਹੈ, ਜਿੱਥੋਂ ਵੀ ਜਦੋਂ ਆਪਣਾ ਸ਼ੁਰੂ ਹੋਈ ਗੱਲ, everybody, I can swear upon anybody ਕਿ ਕਿਸੇ ਇੱਕ ਇਨਸਾਨ ਨੇ ਵੀ ਇਹ ਨਹੀਂ ਕਿਹਾ ਕਿ ਨਿਧੀ ਤਰਨਮ ਨਾਲ ਦੇਖ ਲਈਓ ਕਰ। Everybody has spoken so highly of you and that is why I wanted ਕਿ any well balanced personality ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਔਰ ਜਾਣਨ ਦੀ ਕੋਸ਼ਿਸ਼ ਵੀ ਜ਼ਰੂਰ ਕਰਨੀ ਚਾਹੀਦੀ ਹੈ। ਬਿਕਾਜ਼
I'm very proud ਕਿ ਤਰਨੁਮ ਅੱਜ ਪਹਿਲੀ ਵਾਰ ਆਪਣੇ ਮਨ ਦੀ ਗੱਲ ਕਰ ਰਹੇ ਹੈ ਔਰ ਜ਼ਿਆਦਾਤਰ ਲੋਕਾਂ ਦੀ ਸੁਣਦੇ ਹੈ. I swear, it's amazing that I'm doing this. ਮੈਨੂੰ ਬੜਾ ਇੱਕ ਤਾਂ ਮੈਨੂੰ I honestly am so honored, really honored ਕਿ ਤੁਸੀਂ ਮੈਨੂੰ ਇਸ ਚੀਜ਼ ਦੇ ਲਾਇਕ ਸਮਝਿਆ, ਕਿਉਂਕਿ ਮੈਨੂੰ ਲੱਗਦਾ ਨਹੀਂ, ਮੈਨੂੰ ਇਹ ਲੱਗਦਾ ਹੁੰਦਾ ਵੀ ਹਰੇਕ ਇਨਸਾਨ ਦੀ ਕਹਾਣੀ ਹੁੰਦੀ ਮੈਨੂੰ ਹਨਾ, ਮੈਨੂੰ ਆਪਣੇ ਬਾਰੇ ਗੱਲ ਕਰਨੀ I've never been comfortable, ਕਿਉਂਕਿ ਮੈਨੂੰ ਐਂ ਲੱਗਦਾ ਵੀ ਸਾਰਿਆਂ ਦੇ ਉਤਾਰ ਚੜਾਏ, ਤੁਹਾਡੀ ਕਹਾਣੀ ਕੋਈ ਬਹੁਤੀ ਖਾਸ ਨਹੀਂ ਹੈ, ਪਰ ਕਿਉਂਕਿ ਮੈਨੂੰ ਬਾਕੀਆਂ ਤੋਂ ਸੁਣਨ ਮਿਲਦਾ ਖਾਸ ਇਹ ਬਣਾਉਂਦਾ ਕਿ one because of ਜਿਹੜੀ ਤੁਸੀਂ ਆਪਣੀ ਜਗ੍ਹਾ ਬਣਾਈ ਹੈ ਵੈਨਕੂਵਰ ਦੇ ਵਿੱਚ. in fact everybody from the field of media and everybody, they know you that well. ਉਹ ਤੁਹਾਡੀ ਆਪਣੀ ਮਿਹਨਤ ਸਦਕਾ ਬਣੀ ਹੋਈ ਜਗ੍ਹਾ ਹੈ. so that was the one of the major reasons ਕਿ ਰੇਡੀਓ ਦੇ ਪਿੱਛੇ ਜਿਹੜੇ ਜ਼ਿਆਦਾਤਰ ਲੋਕ ਹੁੰਦੇ ਆ, ਚਲੋ ਖੈਰ ਹੁਣ ਸੋਸ਼ਲ ਮੀਡੀਆ ਕਰਕੇ ਥੈਂਕਸ ਟੂ ਇਟ ਚਿਹਰੇ ਦਿਸਣ ਲੱਗ ਪਏ ਹੈ, ਬਟ ਅਕਸਰ ਅੱਗੇ ਹੀ ਹੁੰਦਾ ਸੀ ਕਿ ਉਹ ਇਮੈਜਿਨਰੀ ਹੁੰਦੀ ਸੀ ਕਿ ਕਿਹਦੀ ਆਵਾਜ਼ ਹੈ ਤੇ ਕੌਣ ਕਰ ਰਿਹਾ ਹੈ ਔਰ ਸਟਫ. so true ਤੇ ਉਹ ਵਾਲੀ ਰੇਡੀਓ ਵਾਸਤੇ ਨਾ ਮੈਨੂੰ ਲੱਗਿਆ ਨਹੀਂ ਸੀ ਕਿ ਮੈਂ ਰੈਡੀ ਹੋਊਂਗੀ, ਕਿਉਂਕਿ ਮੈਂ ਕੈਮਰਾ ਤੇ ਰਹੀ ਸ਼ੁਰੂ ਤੋਂ. ਮੈਨੂੰ 17 ਸਾਲ ਟੈਲੀਵਿਜ਼ਨ ਤੇ ਮੈਂ ਰਹੀ, ਸੋ ਮੈਨੂੰ ਪਤਾ ਨਹੀਂ ਸੀ ਵੀ ਰੇਡੀਓ ਕਿਹੋ ਜਿਹਾ ਤਜਰਬਾ ਹੋਊਗਾ. ਮੈਂ ਚਾਹੁੰਦੀ ਸੀ ਕਰਨਾ. I think I had reached a point where I wanted to try it. ਤੇ ਜਦੋਂ ਇਹ opportunity ਆਈ, ਮੈਨੂੰ honestly ਡਰ ਬਹੁਤ ਸੀ, ਪਰ ਜਿਹੜੀ ਚੀਜ਼ ਤੋਂ ਡਰ ਲੱਗੇ ਉਹ ਕਰਨੀ ਚਾਹੀਦੀ ਹੈ, ਕਿਉਂਕਿ ਕਿਤੇ ਨਾ ਕਿਤੇ it challenges you. so ਮੈਨੂੰ ਡਰ ਮਹਿਸੂਸ ਹੋ ਰਿਹਾ ਸੀ, and I'm so happy ਕਿਉਂਕਿ year and a half it's been, 1.5 ਸਾਲ ਹੋ ਗਿਆ, and I feel like I'm home. I'm enjoying the conversation. So apart from radio, besides radio, what do you like doing in your free time? Free time वैसे पर जिन्ना कोई ਹੁੰਦਾ है. Free time ਦੇ ਵਿੱਚ I love nature walks. ਮੈਂ ਬੱਚਿਆਂ ਨੂੰ ਲੈ ਕੇ ਤੇ ਜਾਂ friends ਦੇ ਨਾਲ ਬਾਹਰ ਨਿਕਲ ਜਾਂਦੀ ਹਾਂ. ਮੈਨੂੰ ਪਹਾੜ ਬੜੇ ਖੂਬਸੂਰਤ ਲੱਗਦੇ ਆ, ਮੈਨੂੰ nature walks ਬਹੁਤ ਖੂਬਸੂਰਤ ਲੱਗਦੀਆਂ. ਖੂਬਸੂਰਤ ਜਗ੍ਹਾ ਤੇ ਰਹਿੰਦੇ ਹੋ ਨਾ. It's honestly a beautiful place. We live in a heavenly place. ਸਾਡੇ ਘਰ ਤੋਂ ਮੇਰੇ ਖਿਆਲ 5 ਮਿੰਟ ਦੀ ਦੂਰੀ ਤੇ there is an incredible park. ਤੁਸੀਂ ਉਹਦੇ ਚ lost ਹੋ ਜਾਂਦੇ ਹੋ. ਤੁਸੀਂ like you see deers and you see bunnies and you see ducks and you can get lost in the nature, and I think it's therapy. ਮੇਰੇ ਵਾਸਤੇ nature is therapy. So it gives me that. Besides that, I'm a very lazy person. Very lazy. Do you like reading books? I do enjoy books, ਪਰ ਮੈਂ ਇੱਕ ਗੱਲ ਕਨਫੈਸ ਕਰਨਾ ਚਾਹੁੰਦੀ ਹਾਂ ਕਿ ਜਦੋਂ ਦੇ ਬੱਚੇ ਹੋਏ ਨੇ ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿਤਾਬਾਂ ਪੜ੍ਹਨ ਦੀ ਬਿਨਾਂ ਡਿਸਟਰੈਕਸ਼ਨ ਦੇ, ਮੈਂ ਕਰ ਨਹੀਂ ਪਾਈ. ਮੇਰਾ ਜਿਹੜਾ ਅਟੈਂਸ਼ਨ ਸਪੈਨ ਹੈ ਕਿਤੇ ਨਾ ਕਿਤੇ ਬਹੁਤ ਘੱਟ ਗਿਆ. ਜਦੋਂ ਮੈਂ ਆਪਣੇ ਰੂਮ ਦੇ ਵਿੱਚ ਵੀ ਜਦੋਂ ਕਿਤਾਬ ਖੋਲ ਕੇ ਪੜ੍ਹਨੀ ਸ਼ੁਰੂ ਕਰਦੀ ਹਾਂ, ਮੇਰਾ ਦਿਮਾਗ ਇਸੇ ਪਾਸੇ ਚੱਲਦਾ ਰਹਿੰਦਾ ਵੀ ਉਹ ਕੀ ਕਰ ਰਿਹਾ, ਕਿਚਨ ਦੇ ਵਿੱਚ ਕਿਸਨੇ ਕਿਹੜੀ ਕੈਬਨਿਟ ਖੋਲੀ ਹੈ, ਅੱਛਾ ਹੁਣ ਥੱਲੇ ਕੌਣ ਗਿਆ, ਹੁਣ ਉੱਪਰ ਇਹ ਕੀ ਚੱਲ ਰਿਹਾ, ਲੜ ਤਾਂ ਨਹੀਂ ਰਹੇ. ਜਦੋਂ ਇਹ ਘਰੋਂ ਨਿਕਲ ਗਏ 18-19 ਸਾਲ ਦੇ ਹੋ ਗਏ, ਉਸ ਤੋਂ ਬਾਅਦ ਮੈਂ ਆਪਣੀ ਲਾइब्रेरी ਦੇ ਵਿੱਚ ਬੈਠ ਕੇ ਕਿਤਾਬਾਂ ਪੜ੍ਹੀ. Let's see, ये भी देख लेंगे क्योंकि मैं तो ये एक्सपीरियंस कर लिया, ऐसा कुछ नहीं होता. It never ends. Once a mother, always a mother. Yeah, ऐसा कुछ नहीं आता. It was so I don't want this to end, honestly, because ਇੰਨਾ comfortable ਉਹ ਵਾਲਾ ਹੋ ਰਿਹਾ ਨਾ ਗੱਲ ਕਰਦੇ, but then I'm sorry, we'll have to end it here. That's okay, we'll do another one. Yeah, we'll do a sequel to this one. Yes, we will, absolutely. I would there's nobody else I would do it with, honestly. This is amazing and I would love that with you. ਤੁਹਾਨੂੰ ਮਿਲ ਕੇ ਮੈਨੂੰ ਇਹ ਨਹੀਂ ਲੱਗਾ ਕਿ ਆਪਾਂ ਕਦੇ ਮਿਲੇ ਨਹੀਂ. ਮੈਨੂੰ ਐ ਲੱਗਾ ਸ਼ੁਰੂ ਤੋਂ ਹੀ that we've known each other. ਇਹੀ ਸ਼ੀਸ਼ੇ ਔਰ ਉਹ ਵਾਲੀ ਗੱਲ ਹੈ, ਕਿਉਂਕਿ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਏਦਾਂ ਲੱਗਦਾ, ਕਿੰਨੀ ਵਾਰ ਲੱਗਿਆ ਕਿ ਮਤਲਬ ਇੱਕ ਤੁਹਾਡਾ ਜਿਹੜਾ ਫਲੋ ਸੀ ਸਾਰਾ ਰੇਡੀਓ ਵਾਲਾ, I'm not saying ਕਿ ਮੈਂ ਇੰਨੀ ਅੱਛੀ ਹਾਂ, ਪਰ You are.
You ਪਰ are. ਮੈਨੂੰ ਬੜਾ ਬਹੁਤ dignified and classy ਜਿਹਾ ਲੱਗ ਰਿਹਾ ਸੀ, ਸੋ ਮੈਨੂੰ ਉਹ ਬਹੁਤ attract ਕੀਤਾ, ਸਾਰੀ vocabulary and diction and pronunciation and everything compiled. You know, that has nothing to do with me, honestly. That's Nana ji and the writers in the family. Yeah. ਕਿਉਂਕਿ ਮੈਂ ਹਾਲੇ ਵੀ ਰੇਡੀਓ ਤੇ ਜੇ ਕੁਝ ਗਲਤ ਬੋਲਦੀ ਹੈ ਨਾ, ਫਿਰ ਨਾਲ ਦੀ ਨਾਲ ਕਾਲ ਆ ਜਾਂਦੀ ਨਾਨਾ ਜੀ ਦੀ, ਬੇਟਾ ਤੂੰ ਖਬਰ ਕਿਹਾ, ਤੂੰ ਖਬਰ ਨਹੀਂ ਕਿਹਾ, ਤੂੰ ਖਾਨ कहता खान नहीं क्या. So they keep me on my toes. They keep me on my toes, and they're a blessing क्योंकि उन्हां करके I've been able to constantly improve and learn and evolve. Yeah. Before we end this interaction, I would like to send my wishes and regards to your Nana ji, जिन्हां दा आउण वाला है birthday hun. Yes, yes, His yes. 96th birthday. I think he's turning 97. I think, 97, yeah, right. 97. Yeah. So to pass regards from everybody to him, and thank you so much. Ki aaj finally एक Saturday ਸਾਨੂੰ It ਇਦਾਂ happened. ਲੱਗਿਆ ਕਿ ਅਸੀਂ ਆਪਸ ਚ ਗੱਲ ਕਰ ਪਾਏ ਆ. And I've always found you very, very inspiring, very serene, and I think there's lots to learn from you, honestly. Thank you. Thank you so much, Preet. It was an absolute pleasure. Thank you for choosing me to do this. Thank you. Thank you. Lots of love. Bye.